ਵਾਹਿਗੁਰੂ ਸਾਹਿਬ ਜੀਓ। ਦੋਹਰਾ ਪਸਨ ਸਦਨ ਤੇ ਅਚਵਕੈ ਮਿਲੇ ਬਾਲ ਜਹ ਜਾਲ। ਪਦ ਨੂਪਰ ਕਟ ਕਿੰਕਨੇ ਹੋਵਤ ਸ਼ਬਦ ਵਿਸਾਲ। ਪਸਨ ਸਦਨ ਤੇ ਅਜਵਕੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪ੍ਰਸੰਗ ਬਾਲ ਲੀਲਾ ਸਰਵਣ ਕਰ ਰਹੇ ਹਾਂ। ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਬੱਚਿਆਂ ਨਾਲ ਜਾ ਕੇ ਖੇਡਦੇ ਹਨ ਅਤੇ ਆਪਣੀ ਕਿਰਪਾ ਦ੍ਰਿਸ਼ਟੀ ਦਾ ਸਦਕਾ ਜੀਵਾਂ ਨੂੰ ਤਾਰ ਰਹੇ ਹਨ। ਗਰੀਬਾਂ ਨੂੰ ਭਾਂਡੇ ਲਿਜਾ ਕੇ ਕਦੇ ਬਸਤਰ ਅਤੇ ਗਹਿਣੇ ਆਦਿਕ ਘਰੋਂ ਚੁੱਕ ਕੇ ਦੇ ਦਿੰਦੇ ਹਨ। ਮਾਤਾ ਜੀ ਨੇ ਝਿੜਕਣਾ ਅਤੇ ਫਿਰ ਪਿਆਰ ਕਰਨਾ। ਸੋ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਐਸੇ ਕੌਤਕ ਕਰ ਰਹੇ ਨੇ। ਦੁੱਧ ਛਕ ਕੇ ਰਾਤ ਨੂੰ ਆਰਾਮ ਦੇ ਨਾਲ ਪਹਿਲਾਂ ਪ੍ਰਸ਼ਾਦਾ ਫਿਰ ਦੁੱਧ ਛਕ ਕੇ ਬਿਰਾਜਮਾਨ ਹੋਏ ਤਾਂ ਰਾਤ ਨੂੰ ਮਾਤਾ ਜੀ ਨੂੰ ਕੌਤਕ ਹੋਇਆ ਕਿ ਸੁਪਨੇ ਵਿੱਚ ਦੇਖਿਆ ਕਿ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ, ਚੰਦਨ ਛਿੜਕ ਰਹੇ ਨੇ, ਮਹਾਰਾਜ ਨੂੰ ਮੱਥਾ ਟੇਕ ਰਹੇ ਨੇ। ਜਦੋਂ ਮਾਤਾ ਜੀ ਅਚਾਨਕ ਉੱਠ ਕੇ ਦੇਖਦੇ ਹਨ ਤਾਂ ਚਰਨਾਂ ਦੇ ਉੱਤੇ ਚੰਦਨ ਦੇ ਛਿੱਟੇ ਪਏ ਹੋਏ ਨੇ। ਇਸ ਤਰ੍ਹਾਂ ਦੇਖ ਕੇ ਮਨ ਦੇ ਅੰਦਰ ਇੱਕ ਹੈਰਾਨੀ ਜੀ ਆਉਂਦੀ ਹੈ ਕਿ ਸੁਪਨਾ ਆਇਆ ਸੀ ਪਰ ਸੱਚ ਹੈ। ਦੋਨੋਂ ਹੀ ਗੱਲਾਂ ਨੇ। ਸੁਪਨੇ ਵਿੱਚ ਵੀ ਗੁਰਾਂ ਨੇ ਦਿਖਾਇਆ ਅਤੇ ਸੱਚ ਵੀ ਦਿਖਾਇਆ ਗੁਰਾਂ ਨੇ। ਸੋ ਇਸ ਤਰੀਕੇ ਨਾਲ ਮਾਤਾ ਜੀ ਆਪ ਵੀ ਮੱਥਾ ਟੇਕਣ ਲੱਗ ਪਏ। ਜਦੋਂ ਸਵੇਰੇ ਉੱਠੇ ਮਹਾਰਾਜ ਨੇ ਜਾਣ ਲਿਆ ਕਿ ਇਹਨਾਂ ਨੂੰ ਸ਼ਰਧਾ ਹੋ ਆਈ ਹੈ, ਕਿਉਂਕਿ ਕਾਨੂੰਨਨ ਅਕਾਲ ਪੁਰਖ ਦੇ ਹੁਕਮ ਮੁਤਾਬਕ ਹੁਣ ਸ਼ਰਧਾ ਹੋਣੀ ਨਹੀਂ ਚਾਹੀਦੀ, ਨਹੀਂ ਤਾਂ ਸਾਡੇ ਤੋਂ ਬਾਹਰ ਨਹੀਂ ਜਾਇਆ ਜਾਣਾ। ਭਗਤਾਂ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਸਾਨੂੰ ਘਰ ਹੀ ਰੱਖ ਲੈਣਾ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਕਨਾਤ ਪਾ ਦਿੱਤੀ ਮੋਹ ਦੀ। ਉੱਠਦਿਆਂ ਸਾਰ ਹੋਰ ਹੀ ਤਰ੍ਹਾਂ ਦਾ ਮੁੱਖ ਬਣਾ ਕੇ ਕਹਿਣ ਲੱਗੇ, ਸਾਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਦਿਓ। ਮਾਤਾ ਜੀ ਦਾ ਧਿਆਨ ਪ੍ਰਸ਼ਾਦੇ ਵਿੱਚ ਕਰ ਦਿੱਤਾ। ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਗਲੀ ਵਿੱਚ ਜਾ ਕੇ ਜਿੱਥੇ ਬੱਚੇ ਖੜੇ ਉਡੀਕ ਰਹੇ ਸਨ ਕਿ ਕਦੋਂ ਆਉਣਗੇ, ਖੇਡਾਂਗੇ ਪਿਆਰ ਦੇ ਨਾਲ। ਸੋ ਇਸ ਤਰ੍ਹਾਂ ਮਾਨੋ ਗੁਰੂ ਨਾਨਕ ਸਾਹਿਬ ਦੀ ਸੰਗਤ ਸ਼ੁਰੂ ਤੋਂ ਲੈ ਕੇ ਪ੍ਰਾਰੰਭ ਹੋ ਗਈ। ਪਿੰਡ ਵਾਸੀ ਵੀ ਕਿਸੇ ਕੰਮ ਨੂੰ ਜਾਂਦੇ ਨੇ, ਦੂਜਾ ਰਾਹ ਛੱਡ ਕੇ ਇੱਧਰੋਂ ਹੀ ਲੰਘਦੇ ਨੇ। ਕਹਿੰਦੇ ਵੀ ਜੇ ਉਹਨਾਂ ਦੇ ਦਰਸ਼ਨ ਹੋ ਗਏ ਨਾ ਆਪਣਾ ਕੰਮ ਬਣ ਜਾਏਗਾ। ਉਹਨਾਂ 'ਚ ਬੜੀ ਤਾਕਤ ਹੈ। ਬਾਲਕ ਤਾਂ ਛੋਟਾ ਜਿਹਾ, ਪਰ ਜਦੋਂ ਕਹਿ ਦਿੰਦੇ ਨੇ ਬਚਨ, ਕਈਆਂ ਦੇ ਘਰ ਔਲਾਦ ਹੋਈ, ਕਈਆਂ ਦੇ ਘਰ ਕਿਰਪਾ ਹੋਈ, ਕਈਏ ਦੇ ਪੈਸਾ ਨਹੀਂ ਪੈਸਾ ਮਿਲਿਆ। ਜਿਹਨੂੰ ਇੱਕ ਭਾਂਡਾ ਵੀ ਦੇਤਾ ਉਹਦਾ ਘਰ ਭਾਂਡਿਆਂ ਨਾਲ ਭਰ ਦਿੱਤਾ। ਸੋ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਹੋ ਆਈ। ਬਾਬਾ ਕਲਿਆਣ ਚੰਦ ਜੀ ਨੇ ਹਰਦਿਆਲ ਪੁਰੋਹਿਤ ਨੂੰ ਕਿਹਾ, ਤੇਰੀਆਂ ਕਈਆਂ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਨੇ, ਪਰ ਹਰਦਿਆਲ ਪੁਰੋਹਿਤ ਜੀ ਕਹਿੰਦੇ ਇੱਕ ਗੱਲ ਮੌਕੇ ਤੇ ਮੈਂ ਤੁਹਾਨੂੰ ਦੱਸੀ ਨਹੀਂ ਸੀ ਕਿ ਇਹ ਬਾਲਕ ਦੇ ਉੱਤੇ ਦੁਨੀਆ ਨੂੰ ਤਾਂ ਬਹੁਤ ਸ਼ਰਧਾ ਹੋਵੇਗੀ, ਲੋਕ ਬਹੁਤ ਵਰਸਾਉਣਗੇ, ਪਰ ਘਰਦਿਆਂ ਨੂੰ ਕੁਝ ਜਰਾ ਬਾਅਦ ਵਿੱਚ ਹੀ ਜਾ ਕੇ ਪਤਾ ਲੱਗੇਗਾ ਕਿ ਕੌਣ ਨੇ। ਸੋ ਇਸ ਤਰੀਕੇ ਦੇ ਨਾਲ ਆਪ ਜੀ ਪ੍ਰਸ਼ਾਦਾ ਛਕ ਕੇ ਜਿਸ ਤਰ੍ਹਾਂ ਹੁਣ ਕਿਰਪਾ ਅੱਗੇ ਕਰਨਗੇ ਸਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਦੇ ਨਾਲ। ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਸਨ ਸਦਨ ਤੇ ਅਚਵਕੈ ਮਿਲੇ ਬਾਲ ਜਹ ਜਾਲ। ਜਿੱਥੇ ਬਹੁਤ ਸਾਰੇ ਬੱਚੇ ਸਨ ਉਡੀਕ ਰਹੇ ਨੇ, ਆਪ ਜੀ ਨੇ ਘਰੋਂ ਪ੍ਰਸ਼ਾਦਾ ਛਕਿਆ। ਛਕਣ ਤੋਂ ਬਾਅਦ ਜਿੱਥੇ
बहुत सारे बच्चे गुरु नानक देव जी के दर्शनों नूं तरस रहे ने। उत्थे सतगुरु महाराज सच्चे पातशाह उन्हां दी भावना नूं भी जाणदे ने। एक हुंदा अवतार लैना, किसी नूं महात्मा नूं बाਅਦ च ब्रह्म ज्ञान हुंदा। एक कुछ बाल ब्रह्म ज्ञानी होए जो बचपन तो ही ब्रह्म ज्ञान विच ने। 10 ਸਰੂਪਾਂ बारे कदे भी नहीं शंका करना कि गुरु अंगद देव जी नूं बाਅਦ च ज्ञान होया, तीजे पातशाह नूं। ये इन्हां दीयां सारियां खेडां ने, कौतक है। सो ये कदे नहीं सोचना कि उन्हां नूं बाਅਦ च ज्ञान होया, क्योंकि महाराज ने जदों कहता कि 10 अवतार धारे ने असीं, सो इस करके 10 अवतार शुरू तो लै करके सब कुछ जानते हुए भी कौतक रचा रहे ने। तां ते गुरु नानक देव जी अंतरजामी जानी जान, निरंकार सब जानते हैं। पादन ऊपर कट किंकनी होवत शब्द विशाल। चरनां विच जो आम रिवाजन पा दिते जाते ने, बच्चों के छोटे हुंदियां जो नूपर आदक पाउंदे ने, घुंगरू जे लगे हुंदे ने, किंकनी वो तड़ागी जी पा ते उते घुंगरू पाए, छोटे छोटे जे न्याणा खेडदा खड़कदे ने। इस तरह पहलां दे रिवाज सन। ये हौली हौली इन्हां रिवाजां नूं महाराज ने संकोचिया। होवत शब्द विशाल, पर वो तो सानू फिर भी तुहाडे तो चंगे ही ने। गुरु नानक देव जी तो लैके 10 ਸਰੂਪਾਂ ते जे सिख दा पुत हो कदे किंतु नहीं करूगा, कदे भी नहीं कहूगा कि उन्होंने आ कीता, उन्होंने आ कीता। जिहदे हिरदे दे अंदर उन्हां प्रति शरधा है, वो तो अख चक के भी नहीं देखदा अते ना ही ये कहना उन्होंने आ कीता। जे सिੱਖੀ अंदर होवे तां 10 ਸਰੂਪਾਂ बारे, गुरु ग्रंथ साहब बारे, उन्हां दी किरत बारे कदे भी किंतु ना करेगा। जिहदे अंदर शरधा नहीं हुंदी उहदे अंदर ही किंतु उठ खड़दा है। डरो महाराज सच्चे पातशाह तो डरो, वो तो छिन विच ही सब कुछ करन हारे ने। उन्हां दी किसी भी किरत उत्ते किंतु नहीं करना। कुछ भी कर देण साडा सीस सदा उन्हां अगे झुकिया ही रहेगा। जिन्हां दी माता शहीद है, पिता शहीद है, पुत्र शहीद ने, सिरे तो लैके सिरे तक सब कोई शहीदियां ही 5वें पातशाह तो। आप इन्नियां कुर्बानियां श्री आनंदपुर साहब त्यागना अते 700 सिंह 40 विचों भी अखीर ते भाई दया सिंह, भाई धर्म सिंह, भाई आलम सिंह, 3 सिंह ही बाकी बचे नाल लैके गए ने। वो भी राजस्थान च हजूर साहब नूं जांदियां तुरकां नाल किते जंग होई, हटाउण गए सी भाई आलम सिंह। भई आपस विच लड़ो ना। एक तुरक ने भाई आलम सिंह की छाती च गोली मार दी। वो भी चढ़ाई कर गए, शहीद हो गए सी उत्थे। भावें बहादुर शाह ने खड़ा के कहा सी उन्हां बंदियां नूं, महाराज आ खड़े तुहाडे दोषी, जो चित करदा इन्हां नूं सजा दे दिओ। इन्हां ने भाई आलम सिंह नूं गोली मारी है। महाराज कहने बहादुर शाह ये अकाल पुरख ते छड्ड दिंदे आपां, बस असीं नहीं कुछ कहना। धन भाई दया सिंह, धन भाई धर्म सिंह। भाई दया सिंह जी भी महाराज सच्चे पातशाह नूं 4 महीने पहला उस वक्त विछोड़ा दे के जद गए, महाराज कहन लगे मारू शब्द कौन पढ़, रागी क्यों पढ़ रहे ने मारू शब्द। कहने भाई दया सिंह चढ़ाई कर गए महाराज, कहने बिना दसे ही चले गए। जाओ सराहने खड़ के जाके कहो महाराज ने बुलाया। उसे वक्त उठ के बैठे हो गए, मत्था टेके आके महाराज जी याद किया। कहने दस के नहीं गए।
कहने महाराज आप तो अंतरजामी जानी जाओ, तुहाडे तो की छुपिया। महाराज हस के कहंदे अंदरलियां गल्लां अंदर रहण दिया करो, बाहरली किरिया नूं बाहर रखिया करो। असीं तां सुनेहा देना सी वाहिगुरू नूं, सुनेहा लैके जाओ साडा। ते तीसरी बार फिर महाराज ने शब्द उचारिया, मित्र प्यारे नूं हाल मरीदां दा कहना। बहुत अकाल पुरख नाल इतना प्यार कि तुद बिन रोग रजाइयां दा उड्डण, नाग निवासां दे रहना, सूल सुराही खंजर प्याला बिंद कसाइयां दा सहना, यारडे दा सानू 70 चंगा भट खेड़ियां दा रहना। उचारण करके फिर क्या कहने, हुण चले जाओ। अते गुरता गद्दी देण वेले सिर्फ भाई धर्म सिंह नाल ने, बाद विच रले नहीं। ठीक है, बाबा दीप सिंह जी, बाबा गुरबख्श सिंह जी, जिन्हां दा बुंगा श्री अकाल तख्त साहब दे पिछले पासे आ, दमदमी टकसाल दे दूसरे मुखी बाबा गुरबख्श सिंह जी। सो इसे तरह भाई हर सिंह जी जो डायरी लिखिया करते सी, इसे प्रकार उन्हां दे विच भाई धर्म सिंह जी, भाई संतोख सिंह जी पहले हैड पुजारी। सो महाराज सच्चे पातशाह जी ने सारा कुछ पटना साहब तो लैके श्री आनंदपुर साहब तक जो कुछ इकट्ठा किया, कुर्बान कर दिता। खालसे तो अखीर तक सतगुरु महाराज सच्चे पातशाह ने अपनी कमाई भी सानू दे दिती, सब कुछ वार दिता। जिन्हां दी इन्नी वड्डी कुर्बानी है, उन्हां दे बारे कुछ बोलना जां कहना असीं तां कदे सोच भी नहीं सकते कोई ऐसा बोलेगा उन्हां बारे। अखीर तां उत्थे ही जाना ना, शरीर छड्ड के। कहंदे ने पानी तां पुलां दे थल्ले लंघदा, किते भी मर्जी दौड़ लो, जिन्नी मर्जी बुद्धि लड़ा लो, सानू तां लाले पए ने, फिक्र पए ने भी तरना, ते दुनिया नूं डर ही नहीं है भी तरना कि नहीं तरना। लोग कहते असीं भावें डुब्बीए नरकां नूं जाइए, पर उल्ट बोलणों नहीं हटना सी। सो इस करके जदों प्राप्ति हो जाती जिन्हां नूं महाराज दी, उन्हां नूं पता है कि सतगुरु महाराज किड्डे महान ने। इउं मन दे अंदर गुरां प्रति हमेशा शरधा भावना प्रेम, बस मुक्ति गल के 10 गुरां ते कदे भी किसी गल ते भी किंतु नहीं खड़ा करना, कुछ भी नहीं कहना है। जे सिख है जुबान बंद रखे अपनी, यही कहे धन सतगुरु धन सतगुरु। सच्चे पातशाह धन हो जी। सो पई विचर है खेलन मह अनुरागे। हुण विचरदे ने, खेलन विच प्यार दिखा रहे ने, किरिया ओही जी करदे ने। सतगुरु महाराज धरती नूं भाग ला रहे हन। भागे भाग है बाल सुभागे। जदों आप भजदे ने, जे गुरु जी भजन तां भागां वाले बालक भी भजदे ने पिछे पिछे। सतगुरु महाराज सच्चे पातशाह इहदे विच भी गुप्त कौतक वरता जांदे ने, किरपा कर जांदे ने। किरपा तां ऐसी करदे ने कि किसी भी बंदे नूं समझ नहीं लगदी। बाल लीला गुरु नानक देव जी दी, 10वें पातशाह दी बहुत रलदी आपस विच। सो महाराज भी पटना साहब एक माता चरखा करदी हुंदी, तो ओहदियां पूणियां खिलार देणियां, माई ने पिछे भजना डंडा लैके, खड़ जा मैं दसदी पता। फिर माता जी कोलों ने आउणा, मेरियां पूणियां खिलारतियां, मेरा तक्कड़ा खराब करता। माता ने हस के कहना कोई नहीं, किन्ने दी सी पूणियां, आ लो पैसे, आ ले 10 मोहरां लै जा, 20 लै जा। बहुत परेशान महाराज, फिर जा करना फिर जा करना। माता जी ने कहना लाल जी तुसीं क्यों इदां करदे हो, मैनूं परेशान करदे हो। वो बुढ़ी माता बेचारी कहने माता जी, कहना भला करदा। वो किवें? कहने बेचारी दी अखां है नहीं गियां, पूणियां कट के फिर वो कपड़ा बुणूगी, फिर बेचूगी, की हमें 10 पैसे मिलने उन्होंने। 10-20 पैसे इकट्ठे करू बेचारी, रोटी खाऊ कि की करूगी। मैं ਉਹਦੀਆਂ तकड़े तुकड़े खराब करिਆ ना, ਇੱਥੇ लड़न लग ਜਾਂਦੀ, ਤੁਸੀਂ डरदे 20 ਮੋਹਰਾਂ ਦੇ ਦਿੰਦੇ ਹੋ। ਚੱਲ ਵਿਚਾਰੀ ਦਾ ਗੁਜ਼ਾਰਾ ਵਧੀਆ ਹੁੰਦਾ। ਕਹਿੰਦੇ देखो किड्डी सोचनी वड्डी सच्चे पातशाह दी।
ਘੜੇ ਤੋੜ ਦਿੰਦੇ ਗਲੇਲਾ ਮਾਰ ਕੇ, ਗਾਗਰ ਦੇ ਵਿੱਚ ਤੀਰ ਮਾਰਿਆ। ਕਹਿੰਦੇ ਤੁਸੀਂ ਤੀਰ ਮਾਰਿਆ ਗਾਗਰ 'ਚ, ਕਹਿੰਦੇ ਸੱਪ ਸੀ ਵਿੱਚ। ਜੇ ਹੁਣ ਇਹਨਾਂ ਦਾ ਟੱਬਰ ਪਾਣੀ ਪੀਂਦਾ ਮਰ ਨਾ ਜਾਂਦਾ ਸਾਰਾ, ਜਾਂ ਸੱਚਮੁੱਚ ਦੇਖਿਆ ਤਾਂ ਗਾਗਰ ਵਿੱਚ ਸੱਪ ਹੀ ਸੀ, ਤੀਰ ਨਾਲ ਸੱਪ ਮਾਰਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦ ਕਦੇ ਭਲਾ ਹੀ ਕਰੀ ਜਾਂਦੇ ਨੇ, ਸਾਡਾ ਭਲਾ ਹੀ ਕਰੀ ਜਾਂਦੇ ਨੇ। ਮਹਾਰਾਜ ਹਮੇਸ਼ਾ ਆਪਣਾ ਭਲਾ ਹੀ ਸੋਚਦੇ ਨੇ, ਆਪਣੇ ਧੀਆਂ ਪੁੱਤਰਾਂ ਦਾ, ਆਪਣੇ ਪੰਥ ਦਾ। ਫਿਰ ਹੋਵਤ ਥਿਤ ਹੋਵਹਿ ਸਾਰੇ। ਜੇ ਸਤਿਗੁਰੂ ਖੜੇ ਹੋ ਜਾਂਦੇ ਗੁਰੂ ਨਾਨਕ ਦੇਵ ਜੀ ਤਾਂ ਸਾਰੇ ਬੱਚੇ ਉੱਥੇ ਖੜੇ ਹੋ ਜਾਂਦੇ ਨੇ, ਮੁਸਕਰਾਉਂਦੇ ਨੇ, ਹੱਸਦੇ ਨੇ, ਦੂਜਿਆਂ ਨੂੰ ਹਸਾਉਂਦੇ ਨੇ, ਖੁਸ਼ੀਆਂ ਵੰਡਦੇ ਨੇ, ਦਰਸ਼ਨ ਕਰਦੇ ਨੇ ਸਾਰੇ। ਅਨੇਕਾਂ ਹੀ ਪਾਪ ਲੱਥ ਜਾਂਦੇ ਹਨ। ਬੈਸਹਿ ਬੈਸ ਜਾਏ ਇੱਕ ਬਾਰੇ। ਮਹਾਰਾਜ ਫਿਰ ਭੱਜ ਕੇ ਜਾ ਕੇ ਦੌੜ ਕੇ ਇੱਕਦਮ ਬੈਠ ਜਾਂਦੇ ਨੇ, ਦੂਜੇ ਬੱਚੇ ਵੀ ਨਾਲ ਹੀ ਬੈਠ ਜਾਂਦੇ ਨੇ। ਸਾਰੇ ਜਾਣੇ ਇੱਕਦਮ ਭਜਾ ਲੈਂਦੇ ਨੇ, ਇੱਕਦਮ ਖੜ ਜਾਂਦੇ ਨੇ, ਇੱਕਦਮ ਬੈਠ ਜਾਂਦੇ ਨੇ। ਇਸ ਤਰ੍ਹਾਂ ਪੂਰਾ ਭਜਾਉਂਦੇ, ਸਾਹੂ ਸਾਹੀ ਹੋਇਆਂ ਨੂੰ ਇੱਕਦਮ ਬਿਠਾ ਦਿੰਦੇ ਹਨ। ਨਾਨਕ ਆਨਣ ਭਨਹਿ ਕਹਾਣੀ। ਮਹਾਰਾਜ ਤਾਂ ਬਹੁਤ ਢੰਗ ਨਾਲ ਰੱਬ ਦੀ ਕਹਾਣੀ ਸੁਣਾਉਂਦੇ ਨੇ। ਸਾਰੇ ਬੱਚਿਆਂ ਨੂੰ ਪਹਿਲਾਂ ਭਜਾਇਆ, ਫਿਰ ਥਕਾਇਆ, ਫਿਰ ਬਿਠਾਇਆ, ਬਹਿ ਗਏ। ਹੁਣ ਦੌੜਨ? ਕਹਿੰਦੇ ਨਹੀਂ ਜੀ ਹੁਣ ਥੱਕ ਗਏ। ਅੱਛਾ ਮੈਂ ਰੱਬ ਦੀ ਕਹਾਣੀ ਸੁਣਾਵਾਂ ਤੁਹਾਨੂੰ, ਰੱਬ ਕੀ ਹੁੰਦਾ ਪਤਾ? ਜਿਉਂ ਰੱਬ ਦੀਆਂ ਸੁਣਾਉਣ ਲੱਗੇ, ਵਾਹ ਜੀ ਵਾਹ। ਧੰਨ ਗੁਰੂ ਨਾਨਕ ਦੇਵ ਜੀ ਸਤਸੰਗਤ ਸ਼ੁਰੂ ਕਰ ਲਈ ਬਚਪਨ ਵਿੱਚ, 5 ਸਾਲ ਦੀ ਉਮਰ ਹੈ, ਔਰ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਨਾ ਵੀ ਸ਼ੁਰੂ ਕਰ ਦਿੱਤਾ ਆਪਨੇ। ਭਗਤ ਵਿਰਾਗ ਵਿਖੈ ਜੋ ਸਾਨੀ। ਭਗਤੀ ਅਤੇ ਵਿਰਾਗ ਦੇ ਵਿੱਚ ਮਿਲੀ ਹੋਈ ਜਿਹੜੀ ਬਾਣੀ ਸੀ ਨਾ, ਮਿਠਾਸ ਭਰੀ। ਸੋ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਜਿਹਦੇ ਮਨ ਦੇ ਅੰਦਰ ਨਿਰੰਕਾਰ ਦਾ ਵਾਸਾ ਹੋ ਜਾਂਦਾ ਹੈ, ਉਹਦੀ ਸਿੱਖਿਆ ਨਾਲ ਦੁਨੀਆ ਤਰ ਜਾਂਦੀ ਹੈ। ਸੋ ਇਸ ਕਰਕੇ ਇੱਥੇ ਤਾਂ ਆਪ ਹੀ ਨਿਰੰਕਾਰ ਹੈ, ਪਰਮੇਸ਼ਰ ਆਪ ਹੈ। ਵਾਹਿਗੁਰੂ ਨੇ ਉਹ ਰੂਪ ਧਾਰਿਆ ਹੈ। ਰੂਪ ਧਾਰਨ ਕਰਕੇ ਹੁਣੇ ਤੋਂ ਹੀ ਬੱਚਿਆਂ ਨੂੰ ਭਗਤੀ ਭਾਵਨਾ ਦਾ ਉਪਦੇਸ਼, ਕੱਚੇ ਦੁੱਧ ਨੂੰ, ਜਿਵੇਂ ਕੱਚੇ ਦੁੱਧ ਨੂੰ ਜਿੱਧਰ ਮਰਜ਼ੀ ਮੋੜ ਲਓ, ਇਸੇ ਤਰ੍ਹਾਂ ਬਾਲਕ ਬੱਚਾ ਛੋਟਾ ਜਿਹਾ, ਜੇ ਉਹਨਾਂ ਨੂੰ ਆਪਾਂ ਸਾਖੀਆਂ ਸੁਣਾਈਏ, ਉਹਨਾਂ ਦੇ ਮਨ ਦੇ ਉੱਤੇ ਡੂੰਘਾ ਪ੍ਰਭਾਵ ਪੈਂਦਾ ਸਾਖੀਆਂ ਦਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਸੁਣਾ ਰਹੇ ਹਨ। ਸ਼੍ਰਵਣ ਮੰਨਣ ਕਰ ਹੈ ਨਿਧ ਆਸਾ। ਮਹਾਰਾਜ ਜੀ ਪਹਿਲਾਂ ਸੁਣਨ ਦੀ, ਫਿਰ ਵਿਚਾਰਨ ਦੀ, ਫਿਰ ਉਹਨੂੰ ਕਮਾਉਣ ਦੀ ਦੱਸਦੇ ਨੇ, ਸਾਰਿਆਂ ਨੂੰ ਧਾਰਨ ਕਰਾਉਂਦੇ ਨੇ। ਸੁਣਿਆ, ਮੰਨਿਆ, ਮਨ ਕੀਤਾ ਭਾਉ, 4 ਪੌੜੀਆਂ ਸੁਣਿਆ ਦੀਆਂ, 4 ਮੰਨੇ ਦੀਆਂ, 5 ਪ੍ਰਵਾਨ, 5 ਪ੍ਰਧਾਨ ਨਿਧਿਆਸਣ ਦੀਆਂ ਪੌੜੀਆਂ ਸ਼ੁਰੂ ਕਰ ਦਿੱਤਾ ਹੈ ਸੁਣਾਉਣਾ, ਕਿ ਸੁਣਿਆ ਕਰੋ, ਪਰਮਾਤਮਾ ਦਾ ਨਾਮ ਮੰਨਿਆ ਕਰੋ, ਉਹਨੂੰ ਕਮਾਇਆ ਕਰੋ ਭਾਈ। ਮਨ ਸੁਣਨੇ ਕੀ ਬਧੈ ਪਿਆਸਾ। ਜਿਉਂ-ਜਿਉਂ ਆਪਣੀ ਮਿਠਾਸ ਭਰੀ ਬੋਲੀ ਬੋਲਦੇ ਨੇ, ਸਾਹਮਣੇ ਬੈਠੇ ਬੱਚੇ ਬਹੁਤ ਭਾਗਾਂ ਵਾਲੇ। ਇਹ ਇੱਕ ਬਾਹਰਲੀ ਗੱਲ ਵੱਖਰੀ ਹੁੰਦੀ ਵੀ ਉਹ ਬੱਚਿਆਂ ਨਾਲ ਖੇਡਦੇ ਸਨ, ਪਰ ਅੰਦਰਲੀ ਗੱਲ ਕੀ, ਉਹ ਜਿਹੜੇ ਜੁਗਾਂ ਦੇ ਭਗਤ ਭਟਕੇ ਹੋਏ, ਜਿਨ੍ਹਾਂ ਨੂੰ ਕੋਈ ਹਲੇ ਬਖਸ਼ਿਸ਼ ਨਹੀਂ ਸੀ ਪ੍ਰਾਪਤ ਹੋਈ, ਇਹ ਸਭ ਨੂੰ ਉਹਨਾਂ ਨੂੰ ਜਨਮ ਦਿੱਤਾ ਹੈ। ਔਰ ਉਹਨਾਂ ਨੂੰ ਜਨਮ ਦੇ ਕੇ ਹੁਣ ਤੋਂ ਹੀ ਸ਼ਰਵਣ ਮੰਨਣ ਨਿਧਿਆਸਣ ਕਰਾਉਣ ਲੱਗੇ ਨੇ। ਉਹਨਾਂ ਦੇ ਅੰਦਰ ਹੋਰ ਪਿਆਸਾ ਵੱਧਦੀ ਹੈ, ਕਿਉਂਕਿ ਕਲਿਆਣ ਨਾਮ ਨੇ ਕਰਨੀ ਸੀ। ਪਹਿਲਿਆਂ ਯੁੱਗਾਂ ਵਿੱਚ ਲੋਕਾਂ ਨੇ ਲੱਖ-ਲੱਖ ਵਰ੍ਹਾ ਤਪੱਸਿਆ ਕੀਤੀ। ਤਪੱਸਿਆ ਹੀ ਹੁੰਦੀ ਆ ਤੇ ਭਗਤੀ ਹੀ ਹੁੰਦੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸੋਚਿਆ, ਇਹ ਤਪੱਸਿਆ ਕਰਕੇ ਮੇਰੇ ਤੱਕ ਇੱਥੇ ਤੱਕ ਪਹੁੰਚੇ ਨੇ, ਹੁਣ ਇਹਨਾਂ ਨੂੰ ਮੈਂ ਐਸੀ ਕਮਾਈ ਕਰਾ ਦਿਆਂ ਕਿ ਜਿੱਥੇ ਮੇਰਾ ਆਪਣਾ ਵਾਸਾ ਹੈ, ਸੱਚਖੰਡ ਵਸੈ ਨਿਰੰਕਾਰ, ਹੁਣ ਇਹਨਾਂ ਦਾ ਵਾਸਾ ਉੱਥੇ ਹੋਵੇਗਾ। ਗਿਰਾ ਸੁਗੰਧ ਬਦਨ ਅਰਬਿੰਦਾ। ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਆ ਨਾ, ਸੁਗੰਧੀ ਵਾਲੀ, ਮੁਖਾਰ ਬਿੰਦ ਵਿੱਚੋਂ ਜਿਵੇਂ ਕਮਲ ਸਰੀਖਾ ਚਿਹਰਾ ਹੈ, ਗਿਰਾ ਮਹਾਰਾਜ ਦੀ ਜਿਹੜੀ ਬਾਣੀ ਹੈ ਬੜੀ ਸੁਗੰਧੀ ਵਾਲੀ, ਪਿਆਰ ਵਾਲੀ,
ਗੁਰੂ ਨਾਨਕ ਦੇਵ ਦੀ ਬਾਣੀ ਹੈ। ਜੁਗਤ ਜੁਗਤ ਸੁੰਦਰ ਮਕਰੰਦਾ। ਜੁਗਤੀਆਂ ਦੇ ਸਹਿਤ ਸੋਹਣਾ ਰਸ ਸਤਿਗੁਰੂ ਮਹਾਰਾਜ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰਦੇ ਹਨ। ਜਿਵੇਂ ਕਮਲ ਦੇ ਫੁੱਲ ਦਾ ਪ੍ਰਮਾਣ ਬਣਾਇਆ, ਇਸੇ ਤਰ੍ਹਾਂ ਹੀ ਹਮਾਰਾ ਇਹ ਕਿਰਪਾ ਕੀਜੈ, ਸਾਡੇ ਉੱਤੇ ਕਿਰਪਾ ਕਰੋ। ਮਹਾਰਾਜ ਸੱਚੇ ਪਾਤਸ਼ਾਹ, ਹੋਰ ਪਾਣੀ ਨਾਲ ਸਾਡਾ ਕੋਈ ਕੰਮ ਨਹੀਂ ਹੈ। ਇਹ ਇੱਕ ਫੁੱਲ ਦੇ ਅੰਦਰ ਧੂੜਾ ਹੁੰਦਾ ਹੈ। ਕਿਸੇ ਵੀ ਫੁੱਲ ਦੇ ਅੰਦਰ ਵਿਚਕਾਰ ਜੇ ਦੇਖੋ, ਹੱਥ ਲਾ ਕੇ ਉਂਗਲ ਲਾਈ, ਲਾਲ ਰੰਗ ਦਾ ਫੁੱਲ ਹੈ ਤਾਂ ਲਾਲ ਧੂੜਾ ਹੱਥ ਨੂੰ ਲੱਗਦਾ, ਪੀਲਾ ਹੁੰਦਾ ਤਾਂ ਪੀਲਾ ਜਾਂ ਧੂੜਾ ਲੱਗ ਜਾਂਦਾ ਹੈ। ਇਹਨੂੰ ਮਕਰੰਦ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਜਿਹੜੀ ਧੂੜੀ ਹੈ, ਇਹਨੂੰ ਮਕਰੰਦ ਦੀ ਤੁਲਨਾ ਦਿੱਤੀ। 10 ਸਰੂਪਾਂ ਦੇ ਚਰਨਾਂ ਦੀ ਧੂੜੀ ਮਕਰੰਦ ਹੈ। ਸੋ ਸਾਨੂੰ ਕਿਰਪਾ ਕਰਕੇ ਕਿਰਪਾ ਜਲ ਦੇ, ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰੇ ਨਾਮ ਵਾਸਾ। ਆਰਤੀ ਚ ਕਿਹਾ, ਸੋਹਲੇ ਚ ਨਾਏ ਵਾਸਾ ਕਿਹਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਬਾਲ ਬ੍ਰਿੰਦ ਸਮ ਭਏ ਮਿਲਿੰਦਾ। ਸਾਰੇ ਜਿਤਨੇ ਬਾਲਕ ਚਾਰੇ ਪਾਸੇ ਬੈਠੇ ਸੁਣ ਰਹੇ ਨੇ, ਉਹ ਮਾਨੋ ਭੰਵਰੇ ਬਣ ਗਏ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਕਰੰਦ ਖਿਲਾਰ ਰਹੇ ਨੇ, ਖੁਸ਼ਬੂਆਂ ਖਿਲਾਰ ਰਹੇ ਨੇ, ਉਹਨਾਂ ਨੂੰ ਚਰਨ ਧੂੜੀ ਬਖਸ਼ਿਸ਼ ਕਰਦੇ ਹਨ। ਸ਼ਰਵਨ ਕਰਹਿ ਅਗਾਤ ਆਨੰਦਾ। ਹੁਣ ਜਦੋਂ ਸ਼ਰਵਣ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ, ਤੋ ਸ਼ਰਵਣ ਤਾਂ ਕਰਹਿ ਅਗਾਤ ਆਨੰਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਨੇ ਬਚਨ ਕੰਨਾਂ ਰੂਪ ਡੂਨਿਆਂ ਦੇ ਨਾਲ ਪੀਣਾ ਕਰਦੇ ਨੇ ਅਤੇ ਪ੍ਰਾਪਤ ਹੁੰਦਾ ਆਨੰਦ। ਮਾਨੋ ਕੰਨਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਚਨ ਅੰਮ੍ਰਿਤ ਬਣ ਕੇ ਕੰਨਾਂ ਵਿੱਚ ਜਾ ਰਹੇ ਨੇ ਅੰਦਰ। ਦੋਹਰਾ ਆਵਤ ਜਾਵਤ ਮਨਜ ਕੋ ਸੁਨਤ ਠਾੜ ਹੋਏ ਜਾਤ। ਹੁਣ ਜਦੋਂ ਇਹ 15 20 50 ਬੱਚਿਆਂ ਦੀ ਸੰਗਤ ਬੈਠੀ ਆ, ਬੱਚਿਆਂ ਤੋਂ ਸ਼ੁਰੂ ਕੀਤਾ ਪ੍ਰਚਾਰ। ਹੁਣ ਕੋਈ ਰਾਹੀ ਲੰਘਦਾ, ਬੱਚੇ ਬੈਠੇ ਬੜੇ ਟਿਕਾ ਦੇ ਨਾਲ, ਇਹ ਤਾਂ ਬਹਿੰਦੇ ਨਹੀਂ ਹੁੰਦੇ ਟਿਕ ਕੇ। ਉਹ ਜੋ ਬਾਬੇ ਕਲਿਆਣ ਚੰਦ ਦਾ ਸਾਹਿਬਜ਼ਾਦਾ ਗੁਰੂ ਨਾਨਕ ਪਾਤਸ਼ਾਹ ਇਹ ਕੀ ਸੁਣਾ ਰਹੇ ਨੇ ਇਹਨਾਂ ਨੂੰ, ਉਹ ਵੀ ਖੜ ਜਾਂਦਾ, ਸੁਣ ਕੇ ਕਹਿੰਦਾ ਦਿਲਚਸਪ ਗੱਲ ਸੁਣਾ ਰਹੇ, ਬੜੀ ਸੋਹਣੀ ਹੈ, ਭਗਤੀ ਭਾਵਨਾ ਵਾਲੀ। ਉਹ ਵੀ ਖੜ ਜਾਂਦਾ, ਫਿਰ ਹੋਰ ਉਹ ਵੀ ਖੜ ਗਿਆ, ਫਿਰ ਹੋਰ ਆਇਆ, ਉਹ ਵੀ ਖੜ ਗਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਚਾਰ ਸੁਣਦੇ ਨੇ, ਖੜ ਜਾਂਦੇ ਨੇ। ਵੀ ਇੱਕ ਛੋਟਾ ਜਿਹਾ ਬੱਚਾ 5 ਸਾਲ ਦੀ ਉਮਰ ਵਿੱਚ ਇਤਨਾ ਸੁੰਦਰ ਪ੍ਰਚਾਰ ਕਰ ਰਿਹਾ, ਇਤਨੇ ਸੁੰਦਰ ਸ਼ਬਦ ਬੋਲ ਰਿਹਾ ਕਿ ਕੋਈ ਵੀ ਬੰਦਾ ਉੱਥੋਂ ਅੱਗੇ ਵਧਣ ਨੂੰ ਤਿਆਰ ਨਹੀਂ ਹੁੰਦਾ। ਪੰਡਤ ਸੇ ਮਧੁਰੇ ਲਗਹਿ ਕੀਰਤ ਬਦਨ ਅਲਾਏ। ਕਹਿੰਦੇ ਜਿਵੇਂ ਕੋਈ ਮਹਾਨ ਵੱਡਾ ਪੰਡਤ ਹੁੰਦਾ, ਉਸ ਤਰ੍ਹਾਂ ਲੱਗਦੇ ਨੇ ਬੈਠੇ, ਬਹੁਤ ਵਿਦਵਾਨ ਨੇ। ਹਲੇ ਤੱਕ ਤਾਂ ਲੋਕ ਐਸੇ ਹੀ ਕਹਿੰਦੇ ਨੇ, ਕਿਉਂਕਿ ਹਲੇ ਪਤਾ ਨਹੀਂ ਨਾ ਹੈ। ਜਿੰਨਾ ਕੁ ਸਮਝਦੇ ਨੇ ਉਹਨਾਂ ਕੀ ਕਹਿੰਦੇ ਹਨ। ਚੌਪਾਈ ਇਹ ਬਾਲਕ ਕੈਸੇ ਬਚ ਬੋਲਾ ਹੈ। ਇਹ ਬਾਲਕ ਦੇਖੋ ਛੋਟੀ ਜੀ ਉਮਰ ਚ 5 ਸਾਲ ਦੀ ਉਮਰ ਚ ਕਿੰਨੇ ਸੋਹਣੇ ਬਚਨ ਬੋਲਦੇ ਹਨ। ਬਾਲ ਬੈਸ ਹੈ ਬੋਲ ਅਮੁੱਲ ਹੈ। ਬਾਲਕ ਉਮਰ ਹੈ ਪਰ ਬਚਨ ਕਿੰਨੇ ਅਮੋਲਕ ਨੇ, ਬਹੁਤ ਅਮੋਲਕ ਬਚਨ ਕਹਿੰਦੇ ਹਨ ਜੀ। ਚੰਦ ਬਦਨ ਤੇ ਸੁਦਾ ਸਮਾਨੀ। ਚੰਦਰਮਾ ਵਰਗਾ ਮੁਖ ਹੈ, ਚੰਦਰਮਾ ਵਰਗੇ ਮੁਖਾਰਬਿੰਦ ਵਿੱਚੋਂ ਸੁਦਾ ਸਮਾਨੀ ਅੰਮ੍ਰਿਤ ਵਰਗੀ ਬਾਣੀ ਜੋ ਹੈ। ਸੁਰਤਦਾਰ ਪਾਨ ਦਾ ਬੋਲਤ ਬਾਨੀ। ਸੋ ਕੰਨਾਂ ਰਾਹੀਂ ਪੀਂਦੇ ਨੇ ਮਾਨੋ ਬਾਣੀ ਨੂੰ। ਮਿਠਾਸ ਭਰੇ ਬਚਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ, ਉਹਨਾਂ ਦੀ ਦ੍ਰਿਸ਼ਟੀ ਸੰਪੂਰਨ ਹੈ। ਜਿੱਧਰ ਨੂੰ ਤੱਕ ਦਿੱਤਾ ਉਹਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਹੀ ਬਣਾ ਲਿਆ। ਲਗੀ ਸਿਸਨ ਕੀ ਪ੍ਰੀਤ ਕਨੇਰੀ। ਸਿਸਨ ਜੋ ਬੱਚੇ ਹਨ ਉਹਨਾਂ ਦੀ ਪ੍ਰੀਤੀ ਬਹੁਤ ਜ਼ਿਆਦਾ ਲੱਗ ਗਈ, ਬੜੇ ਪਿਆਰ ਨਾਲ ਬੈਠੇ ਨੇ। ਚਕੋਰ ਜਿਵੇਂ ਤੱਕਦੀ ਚੰਦਰਮਾ ਵੱਲ, ਇਉਂ ਤੱਕਦੇ ਹਨ ਸਾਰੇ ਬੱਚੇ। ਸੰਗ ਨਾ ਤਜ ਹੈ ਰਹੋ ਮੁਖ ਹੈਰੀ। ਹੁਣ ਸੰਗ ਨਹੀਂ ਤਾਂ ਛੱਡਣਾ ਚਾਹੁੰਦੇ, ਮੁਖ ਦੇਖਣਾ ਚਾਹੁੰਦੇ ਨੇ। ਘਰ ਦੇ ਉਡੀਕਦੇ, ਸਾਡੇ ਨਿਆਣੇ ਪਤਾ ਨਹੀਂ ਅੱਜ ਕਿੱਧਰ ਗਏ ਨੇ, ਸਵੇਰ ਦੇ ਘਰੇ ਹੀ ਨਹੀਂ ਮੁੜੇ ਹੈ ਸਾਰੇ ਜਾਣੇ। ਹਰ ਕੋਈ ਕਹਿੰਦਾ ਬਸ ਉੱਥੇ ਹੀ ਹੋਣੇ ਆ, ਨਿਆਣਿਆਂ ਨੇ ਕਿੱਧਰ ਜਾਣਾ, ਅੱਜ ਕੱਲ ਤਾਂ ਉੱਥੇ ਹੀ ਸਕੂਲ ਖੋਲਿਆ ਹੋਇਆ ਉਹਨਾਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਸੁਣਾਈ ਜਾਂਦੇ ਨੇ, ਉਹ ਉੱਥੇ ਸੁਣੇ ਜਾਂਦੇ ਨੇ।
ਕਈ ਤਾਂ ਕਹਿੰਦੇ ਚੱਲ ਚੰਗਾ ਨਿਆਣੇ ਸ਼ਰਾਰਤ ਨਹੀਂ ਕਰਦੇ, ਕੋਈ ਚੰਗੀ ਚੀਜ਼ ਸਿੱਖਦੇ ਨੇ। ਕਈ ਕਹਿੰਦੇ ਇਹ ਨਾ ਹੋਵੇ ਨਿਆਣੇ ਪੜ੍ਹਨੋਂ ਹੀ ਹਟ ਜਾਣ, ਕਿਤੇ ਆਪਣੇ ਨਿਆਣੇ ਕਿਤੇ ਕੰਮ ਕਰਨੋਂ ਹੀ ਹਟ ਜਾਣ, ਹੋਰ ਕਿਤੇ ਮਾਲਾ ਹੀ ਫੜ ਕੇ ਬਹਿ ਜਾਣ। ਬਹੁਤ ਲੋਕਾਂ ਨੂੰ 99% ਲੋਕਾਂ ਨੂੰ ਉਹਦਾ ਨਿਆਣਾ ਵਿਗੜੀ ਨਾ ਜਾਏ, ਗੁਰਦੁਆਰੇ ਜਾ ਕੇ ਕਿਤੇ ਹੋਰ ਮਾਲਾ ਫੜ ਲੈ, ਪਾਠ ਕਰਨ ਲੱਗ ਗਿਆ। ਇਹ ਕੰਮ ਕੌਣ ਕਰੂ, ਰੋਟੀ ਕਿੱਥੋਂ ਖਾਵਾਂਗੇ, ਰੋਟੀ ਗੁਰਦੁਆਰਿਓਂ ਖਾਣੀ ਆ, ਇਉਂ ਲੋਕੀ ਸੋਚਦੇ ਨੇ। ਪਰ ਨਹੀਂ ਜਾਣਦੇ ਕਿ ਰੋਟੀ ਦੇਣ ਵਾਲਾ, ਰੋਜੀ ਦੇਣ ਵਾਲਾ, ਜਿੱਥੇ ਤੁਸੀਂ ਭਜਦੇ ਫਿਰਦੇ ਹੋ ਸਾਰਾ ਦਿਨ, ਆ ਹੈਡ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਕਿ ਰੋਜ਼ੀ ਦਿਹੰਦ ਹੈ। ਇਹਨਾਂ ਨੇ ਸਾਡੇ ਮੱਥੇ ਤੇ ਰੋਟੀ ਲਿਖਣੀ ਹੈ, ਰੋਜੀ ਲਿਖਣੀ ਹੈ। ਮੱਥਾ ਟੇਕਣ ਨਾਲ ਸਾਨੂੰ ਰੋਜੀ ਰੋਟੀ ਮਿਲਣੀ, ਇੱਥੋਂ ਮਿਲਣੀ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਭ ਕੁਝ ਦਿੰਦੇ ਨੇ। ਬਾਰਿਕ ਬਾਂਗੀ ਹਉ ਸਭ ਕੁਛ ਮੰਗਾ। ਇਸ ਕਰਕੇ ਦੇਂਦੇ ਤੋਟ ਨਾਹੀ ਪ੍ਰਭ ਰੰਗਾ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਾ ਕੁਝ ਦਿੰਦੇ ਨੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਸਭ ਕੁਝ ਬਖਸ਼ਿਸ਼ ਕਰਦੇ ਹਨ। ਜੇ ਮਹਾਰਾਜ ਦੇ ਕੋਲ ਬੈਠੇ ਆ, ਸਤਿਗੁਰੂ ਬਿਨਾਂ ਦੇਖਿਆ ਸਭ ਕੁਝ ਕਰੀ ਜਾ ਰਹੇ ਨੇ, ਆਪਾਂ ਨੂੰ ਦਿਖਦਾ ਨਹੀਂ। ਉਹ ਮਹਾਰਾਜ ਦੇ ਕੋਲ ਜਦੋਂ ਆ ਕੇ ਬੈਠ ਗਏ, ਸਤ ਸੰਗਤ ਕੀਤੀ, ਅਣ ਮੰਗਿਆ ਦਾਨ ਦੇਵਣਾ, ਬਿਨ ਮੰਗੇ ਮੋਤੀ ਮਿਲੇ। ਸਭ ਕੁਝ ਗੁਰੂ ਸਾਹਿਬ ਜੀ ਬਿਨਾਂ ਮੰਗਿਆ ਹੀ ਦੇਈ ਜਾਂਦੇ ਨੇ, ਕੰਮ ਸਵਾਰੀ ਜਾਂਦੇ ਨੇ। ਆਪੇ ਜਿਵੇਂ ਆਪਣੇ ਬੱਚਿਆਂ ਦਾ ਆਪਾਂ ਧਿਆਨ ਨਹੀਂ ਰੱਖਦੇ। ਬੱਚਾ ਜਿਉਂ ਜਨਮ ਲੈਂਦਾ ਧਿਆਨ ਕਿੰਨਾ ਰੱਖਦੇ ਆ। ਕਿਤੇ ਘੁੰਮੀ ਜਾਓ, ਲੈ ਵੀ 3 ਵੱਜ ਗਏ, ਮੈਂ ਤਾਂ ਬੱਚੇ ਨੂੰ ਸਕੂਲੋਂ ਲੈਣਾ, ਗੱਡੀ ਸਾਰੇ ਕੰਮ ਛੱਡ ਕੇ ਭਜਾ ਕੇ 3 ਵਜੇ ਗੱਡੀ, 4 ਵਜੇ ਜਦੋਂ ਵੀ ਸਕੂਲ ਤੋਂ ਨਿਕਲਣਾ ਉੱਥੇ ਖੜੀ ਹੁੰਦੀ ਆਪਣੀ ਗੱਡੀ। ਉਹ ਵੀ ਮੇਰਾ ਬੱਚਾ, ਕੱਪੜਾ ਖਰਾਬ ਹੋ ਗਿਆ ਤਾਂ ਫਿਕਰ ਹੈ, ਆਹ ਚੀਜ਼ ਇਹਨੇ ਲੈਣੀ ਆ, ਆਹ ਲੈਣੀ ਆ। ਬੱਚਾ ਜਰਾ ਨਹੀਂ ਸੋਚਦਾ, ਨਾ ਮੰਗਦਾ। ਪਰ ਆਪਾਂ ਕਹਿੰਦੇ ਨਹੀਂ, ਅਸੀਂ ਦੇਣਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਆਪਾਂ ਨਾ ਮੰਗੀਏ ਜਾਂ ਮੰਗੀਏ, ਸਤਿਗੁਰੂ ਕਹਿੰਦੇ ਮੰਗੇ ਨਾ ਮੰਗੇ ਮੈਂ ਤਾਂ ਦੇਣਾ, ਮੈਨੂੰ ਤਾਂ ਪਤਾ ਇਹਨੂੰ ਲੋੜ ਹੈ। ਕਈ ਨਿਆਣੇ ਮੰਗ ਲੈਂਦੇ ਘਰ 'ਚ, ਕਈ ਨਹੀਂ ਮੰਗਦੇ। ਦੋਨਾਂ ਨੂੰ ਹੀ ਮਾਤਾ ਪਿਤਾ ਦੇ ਦਿੰਦੇ ਨੇ। ਇਸ ਕਰਕੇ ਮੰਗਣ ਵਾਲਾ ਇੱਕ ਹੈ, ਰੌਲਾ ਪਾਉਣ ਵਾਲਾ ਦੂਜੇ ਦੋਵਾਂ ਨੂੰ ਵੈਸੇ ਹੀ ਮਿਲ ਜਾਂਦਾ। ਜੇ 2 ਰੌਲਾ ਪਾਉਂਦੇ, ਤੀਜੇ ਨੂੰ ਵੈਸੇ ਹੀ ਦੇ ਦਿੰਦੇ ਆ। ਕਿਉਂ ਬਈ ਇਹ ਮਾੜਾ, ਜਦ ਤੁਸੀਂ ਆਹ ਚੀਜ਼ ਲਈਏ ਤੀਜੇ ਲਈ ਵੀ ਲੈ ਕੇ ਜਾਣੀ ਆ। ਇਸ ਕਰਕੇ ਸੱਚੇ ਪਾਤਸ਼ਾਹ ਸਾਰਿਆਂ ਦਾ ਧਿਆਨ ਰੱਖਦੇ ਹਨ। ਸਦਨ ਆਏ ਜਬ ਦੀਨਾ ਨਾਥੂ, ਦੀਨਾ ਦੇ ਮਾਲਕ ਗੁਰੂ ਨਾਨਕ ਦੇਵ ਜੀ ਜਦੋਂ ਘਰ ਆਏ, ਸਿਸਨ ਹੈ ਤਜ ਹੈ ਰਹਿ ਹੈ ਹਿਤ ਸਾਥੂ, ਉਹ ਸਾਰੀ ਸੰਗਤ ਨਾਲ ਹੀ ਆ ਗਈ। 20-50 ਜਾਣੇ ਬੱਚੇ, ਰਾਹਗੀਰ ਵੀ ਘਰ ਆ ਗਏ, ਪਿੱਛੇ ਹੀ ਆ ਗਏ ਸਾਰੇ ਜਾਣੇ। ਘਰ ਨਹੀਂ ਜਾਂਦੇ ਆਪਣੇ, ਬਾਹਰ ਚੱਲ ਤਿਓ ਸੰਗ ਸਿਧਾਰ ਹੈ। ਹੁਣ ਜੇ ਬਾਹਰ ਜਾਂਦੇ ਨੇ ਸਾਰੇ ਜਣੇ ਨਾਲ ਹੀ ਚਲੇ ਜਾਂਦੇ ਨੇ। ਐਸੀ ਖਿੱਚ ਬਣ ਗਈ ਮਨ ਦੇ ਅੰਦਰ, ਕਿਉਂਕਿ ਮਹਾਨ ਜੋਤ ਹੈ ਔਰ ਆਪਣੇ ਵਿੱਚ ਵੀ ਉਹੀ ਜੋਤ ਹੈ। ਜੋਤ ਅਤੇ ਜੋਤ ਦੀ ਖਿੱਚ ਬਣ ਗਈ ਆਪਸ ਵਿੱਚ। ਇਹ ਵਿਦ ਨਿਤ ਪ੍ਰਤ ਸੁਖਦ ਵਿਹਾਰ ਹੈ। ਇਸ ਤਰੀਕੇ ਨਾਲ ਰੋਜ਼ ਸੁਖ ਦੇ ਸਹਿਤ ਜ਼ਿੰਦਗੀ ਬਤੀਤ ਹੋ ਰਹੀ ਹੈ। ਮਾਨੋ ਧਰਤੀ ਤੇ ਸੁਖ ਆ ਗਿਆ ਹੈ। ਸ਼ਵਾਸ ਵਾਸ਼ ਸ਼ੇਮੋ ਚਿਤ ਵਾਲਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਵੱਛ ਬੱਛ ਪਵਿੱਤਰ ਮਨ ਵਾਲੇ, ਮੁਕਤੀ ਦੇ ਲਾਇਕ ਜਿਹੜੇ ਬਾਲਕ ਨੇ, ਉਹਨਾਂ ਨੂੰ ਸਤਿਗੁਰੂ ਜੀ ਮੁਕਤੀ ਦੇਈ ਜਾ ਰਹੇ ਹਨ। ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਕਰੇ ਕਿਤੇ ਜੋ ਦੀਨ ਦਿਆਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਵ ਦੀਨ ਦਿਆਲ ਸਤਿਗੁਰ ਨੇ ਕਈ ਬਾਲਕੇ ਮੁਕਤੀ ਦੇ ਲਾਇਕ ਕਰ ਦਿੱਤੇ। ਕਈ ਮੁਕਤੀ ਦੇ ਲਾਇਕ ਸਨ, ਉਹਨਾਂ ਨੂੰ ਮੁਕਤੀ ਦੇ ਦਿੱਤੀ। ਉਹਨਾਂ ਨੂੰ ਕੀ ਔਖਾ, ਉਹਨਾਂ ਛੋਟੀ ਉਮਰ 'ਚ ਸ਼ੁਰੂ ਕਰ ਦਿੱਤਾ ਕਾਰਜ ਆਪਣਾ। ਦੋਹਰਾ ਲੀਲਾ ਬਾਲਕ ਖੇਲ ਕੇ ਸਲੰਕਾਰ ਸਭ ਲਾਸ। ਬਾਲਕ ਵਾਲੀ ਲੀਲਾ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਨੇ ਅਲੰਕਾਰਾਂ ਸਹਿਤ। ਸਲੰਕਾਰ ਸਾਰੇ ਸੁਖ ਸੁਖਾਂ ਦੀ ਰਾਸ। ਧੰਨ ਗੁਰੂ ਨਾਨਕ ਦੇਵ ਜੀ। ਜੋ ਸਿੱਖ ਧਰਿ ਧਿਆਨ ਕੋ ਦੇ ਸਤਿਗੁਰ ਸੁਖ ਰਾਸ। ਜਿਹੜਾ ਸਿੱਖ ਧਿਆਨ ਧਰਦਾ ਗੁਰੂ ਨਾਨਕ ਦੇਵ ਜੀ ਦਾ, ਉਹਨਾਂ ਨੂੰ ਵੀ ਸਤਿਗੁਰੂ ਮੁਕਤੀ ਦੇ ਦਿੰਦੇ ਨੇ।
ਉਹਨਾਂ ਨੂੰ ਵੀ ਸਾਰੇ ਸੁੱਖ ਦੇ ਦਿੰਦੇ ਨੇ। ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਥਾ ਦੇ ਰਾਹੀਂ ਆਪਾਂ ਧਰਦੇ ਹਾਂ। ਧਿਆਨ ਆਪਣਾ ਹੁਣ ਨਹੀਂ ਇੱਥੇ, ਧਿਆਨ ਉੱਥੇ ਆ ਨਨਕਾਣਾ ਸਾਹਿਬ ਦੀਆਂ ਗਲੀਆਂ 'ਚ। ਬਾਬਾ ਕਲਿਆਣ ਚੰਦ ਦੇ ਘਰ ਤੋਂ ਬਾਹਰ ਬੱਚੇ ਜਾ ਰਹੇ ਨੇ, ਬੱਚੇ ਆ ਰਹੇ ਨੇ। ਗੁਰੂ ਨਾਨਕ ਦੇਵ ਜੀ ਉਪਦੇਸ਼ ਕਰ ਰਹੇ ਨੇ। ਮਨ ਨੂੰ ਕੁਝ ਰੌਚਕ ਚਾਹੀਦਾ ਹੁੰਦਾ। ਕਥਾ ਵਿੱਚ ਮਨ ਟਿਕਣਾ ਸਿੱਖਦਾ ਹੈ, ਕੀਰਤਨ ਵਿੱਚ ਮਨ ਟਿਕਣਾ ਸਿੱਖਦਾ ਹੈ। ਫਿਰ ਇਕੱਲਿਆਂ ਬਹਿ ਕੇ ਭਗਤੀ ਕਰਦੇ ਆ, ਬਾਣੀ ਪੜ੍ਹਦੇ ਆ, ਮਨ ਹੋਰ ਇਕਾਗਰ ਹੁੰਦਾ। ਸੇਵਾ ਨਾਲ ਮੋਟੀ ਜੀ ਮੈਲ ਲੈਂਦੀ ਹੈ, ਫਿਰ ਕਥਾ ਨਾਲ ਹੋਰ ਮੈਲ ਲੈਂਦੀ ਹੈ, ਕੀਰਤਨ ਦੇ ਨਾਲ ਫਿਰ ਹੋਰ ਸੂਖਮ ਮੈਲ ਲੈਂਦੀ। ਇਕਾਂਤ ਬੈਠ ਕੇ ਬਾਣੀ ਪੜ੍ਹ ਕੇ ਸੁਣਨੀ, ਮੰਨਣੀ, ਕਮਾਉਣੀ, ਇਹਦੇ ਨਾਲ ਮਨ ਹਿਰਦਾ ਸ਼ੁੱਧ ਹੁੰਦਾ ਅੰਦਰੋਂ ਅਤੇ ਪ੍ਰਮਾਤਮਾ ਵਿੱਚ ਲੀਨ ਹੁੰਦਾ ਹੈ। ਸਵਈਆ ਸੁੰਦਰ ਸ੍ਰੀ ਅਰਬਿੰਦ ਬਣੀ ਗੁਰ ਕੀਰਤ ਆਨੰਦ ਬ੍ਰਿੰਦ ਜਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਸੰਗ ਅੱਗੇ ਪ੍ਰਾਰੰਭ ਕਰਦੇ ਨੇ ਕਿ ਸਤਿਗੁਰੂ ਜਿਹੜੀ ਕੀਰਤੀ ਆ ਨਾ, ਉਹ ਬਹੁਤੇ ਆਨੰਦ ਨੂੰ ਪੈਦਾ ਕਰਨ ਵਾਲੀ ਹੈ। ਸੁੰਦਰ ਸ੍ਰੀ ਅਰਬਿੰਦ ਬਣੀ ਗੁਰ ਕੀਰਤ ਆਨੰਦ ਬ੍ਰਿੰਦ ਜਈ। ਸੁੰਦਰਤਾ ਵਿੱਚ ਕਮਲਾਂ ਵਾਂਗੂ ਸੋਹਣੀ ਜਿਹੜੀ ਫੱਬ ਰਹੀ ਹੈ। ਮੰਜਲ ਰੂਪ ਮਰਾਲਨ ਉਜਲ ਸਾਰਦ ਸੋਵਤ ਨਿਤ ਨਈ। ਇਸ ਤਰ੍ਹਾਂ ਮੰਜ਼ੁਲ ਤੋਂ ਭਾਵ ਮਨ ਨੂੰ ਭਾਉਣ ਵਾਲਾ ਪਸੰਦੀਦਾ ਉਜਲ ਰੂਪ ਜਿਹੜਾ ਹੈ, ਮਰਾਲਨ ਉਜਲ, ਮਲਾਲ ਹੁੰਦੇ ਨੇ ਹੰਸ, ਤਾਂ ਉਜਲ ਜਿਹੜਾ ਸਰੂਪ ਹੈ। ਤੇ ਇਸ ਤਰੀਕੇ ਨਾਲ ਕਹਿੰਦੇ ਨੇ ਹੰਸ ਇੱਕ ਅੱਛੀ ਚੀਜ਼ ਹੈ। ਹੰਸ ਬਿਰਤੀ ਦਾ ਹੋਣਾ ਹੈ, ਉਸ ਤੋਂ ਵੱਡੀ ਚੀਜ਼ ਹੈ। ਹੰਸ ਹੁੰਦਾ ਬਾਹਰੋਂ ਚਿੱਟਾ, ਚਿੱਟੀ ਤਾਂ ਬੱਤਕ ਵੀ ਹੁੰਦੀ, ਚਿੱਟਾ ਤਾਂ ਬਗਲਾ ਵੀ ਹੁੰਦਾ, ਪਰ ਹੰਸ ਬਿਰਤੀ ਹੋ ਜਾਣੀ ਉਸ ਤੋਂ ਵੀ ਉੱਤੇ ਹੈ। ਇਸ ਕਰਕੇ ਸਾਰਦ ਸੋਵਤ ਨਿਤ ਨਈ। ਸ਼ਾਰਦ ਤੋਂ ਭਾਵ ਸ਼ਾਰਦਾ ਸਰਸਵਤੀ ਵਿਦਿਆ ਦੀ ਦੇਵੀ, ਉਹਨੂੰ ਕਵੀਆਂ ਨੇ ਉਜਲ ਤੇ ਸ਼ੋਭਾ ਵਾਲੀ ਅਤ ਸੁੰਦਰ ਮੰਨਿਆ ਹੈ। ਜੇ ਗੁਣ ਗ੍ਰਾਹੇ ਗੁਣੀ ਅਲਕੰਦਲ ਪ੍ਰੀਤ ਸੁਗੰਧ ਕੀ ਚੀਤ ਭਈ। ਹੁਣ ਜਿਹੜੇ ਗੁਣ ਗ੍ਰਾਹੀ ਬੰਦੇ ਨੇ, ਗ੍ਰਾਹੀ ਰੋਟੀ ਦੀ ਵੀ ਹੁੰਦੀ ਹੈ, ਰੋਟੀ ਤਾਂ ਆਪਾਂ ਮੁੱਖ ਚ ਪਾਈ, ਪਰ ਗੁਣਾਂ ਦੇ ਗ੍ਰਾਹੀ ਹੋਣਾ, ਗੁਣਾਂ ਨੂੰ ਗ੍ਰਹਿਣ ਕਰਨਾ। ਗੁਣੀ ਅਲਕੰਦਲ ਜਿਹੜੇ ਨੇ ਨਾ ਭੰਵਰੇ ਨੇ। ਕੰਦਲ, ਕੰਦਲ ਦਾ ਅਰਥ ਭਾਵ ਸਮੂਹ ਕਰਦੇ ਨੇ, ਪਰੰਤੂ ਕੰਦਲ ਨਾਮ ਹੈ ਸੋਨੇ ਦਾ, ਨਵੇਂ ਫੁੱਟੇ ਸ਼ਗੂਫੇ ਦਾ, ਜਿਸ ਨੂੰ ਫੁੱਲ ਪਹਿਣ। ਇਸ ਤੋਂ ਕੰਦਲ ਦੀ ਮੁਰਾਦ ਵੀ ਪਿੱਛੇ ਕਹੀ ਕਿ ਉਜਲਤਾ, ਸੁੰਦਰਤਾ, ਸ਼ੋਭਾ ਵਾਂਗੂ ਖੇੜੇ ਜਾਂ ਵਿਕਾਸ ਤੋਂ ਵੀ ਹੈ। ਇਸ ਕਰਕੇ ਜਿਹੜੇ ਨਾ ਗੁਣੀ ਜਨਾਂ ਦਾ, ਜਿਨ੍ਹਾਂ ਦਾ ਦਿਲ ਜਾਂ ਮਸਤਕ ਖਿੜੇ ਹੋਏ ਨੇ, ਜਿੱਕੂ ਭੰਵਰਾ ਫੁੱਲਾਂ ਤੇ ਖੁਸ਼ਕ ਤੇ ਖਿੜੇ ਦਿਲ ਗੁੰਜਾਰ ਕਰਦਾ ਹੈ, ਇਸ ਤਰ੍ਹਾਂ ਰੱਬ ਦੇ ਪਿਆਰੇ ਵੀ ਪ੍ਰੀਤ ਸੁਗੰਧ ਕੀ ਚੀਤ ਭਈ, ਜਿਨ੍ਹਾਂ ਦੇ ਚਿੱਤ ਵਿੱਚ ਪ੍ਰੀਤੀ ਦੀ ਸੁਗੰਧੀ ਹੋ ਆਈ ਹੈ, ਉਹ ਗੁਰੂ ਨਾਨਕ ਦੇਵ ਜੀ ਦੇ ਦੁਆਲੇ, ਉਹ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਕਾਦੀ ਗੁੰਜਾਰ ਕਰਦੇ ਭੰਵਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਹਾਨ ਵੱਡਾ ਕਮਲ ਦਾ ਫੁੱਲ, ਸਾਡੇ ਦਿਲ ਦੀ ਪ੍ਰੀਤੀ ਅਸੀਂ ਕੋਲ ਬੈਠ ਕੇ ਨਾਮ ਦੀ ਗੁੰਜਾਰ ਭੰਵਰੇ ਵਾਂਗੂ ਕਰਦੇ ਹਾਂ। ਜਾਚ ਤਹਾਂ ਕਰ ਜੋਰਨ ਹੋਰਤਾ ਮਾਨਸ ਮੇਰੇ ਮੋਹੋਂ ਥਰਈ। ਮੈਂ ਵੀ ਦੋਵੇਂ ਹੱਥ ਜੋੜ ਕਰਕੇ ਜੀ ਬੇਨਤੀ ਕਰਦਾ ਹਾਂ ਜੀ, ਤੁਹਾਡੇ ਵੱਲ ਤੱਕਦਾ ਹਾਂ ਸੱਚੇ ਪਾਤਸ਼ਾਹ ਜੀ। ਤਰਲਾ ਹੀ ਹੈ, ਬਸ ਮਿਹਨਤ ਹੀ ਹੈ। ਕਿਹੜੀ ਮਿਹਨਤ ਕਰਦੇ ਹੋ? ਕਹਿੰਦੇ ਮੇਰੇ ਮਾਨਸ ਤੋਂ ਭਾਵ ਮਨ ਦੇ ਵਿੱਚ ਜੀ ਤੁਸੀਂ ਥਰਈ ਤੋਂ ਭਾਵ ਥਿਰੇ ਹੋ, ਟਿਕੇ ਹੋ, ਇਸਤਤ ਹੋ। ਕਿਰਪਾ ਕਰਕੇ ਮੇਰੇ ਮਨ ਦੇ ਅੰਦਰ ਤੁਸੀਂ ਟਿਕ ਜਾਓ ਜੀ। ਸ੍ਰੀ ਬਾਲਾ ਸੰਦਰ ਬਾਚ ਚਿਤਰਪਤਾ ਛੰਦ ਜਾ ਬਿਦ ਖੇਲਤ ਬਾਲਕ ਸਾਂ ਮਿਲ ਬੋਲਤ ਬੋਲ ਬਿਲਾਸ ਵਿਸਾਲ। ਇਸ ਤਰ੍ਹਾਂ ਹੁਣ ਭਾਈ ਬਾਲਾ ਸੁੰਦਰ ਬਾਚ, ਭਾਈ ਬਾਲਾ ਜੀ ਸੰਧੂ ਗੋਤ ਵਾਲੇ, ਚਿਤਰਪਦਾ ਛੰਦ ਉਚਾਰਨ ਕੀਤਾ ਕਵੀ ਜੀ ਨੇ, ਲਿਖਾਈ ਸਾਖੀ ਭਾਈ ਬਾਲਾ ਜੀ ਨੇ। ਬਚਪਨ ਤੋਂ ਲੈ ਕੇ ਕਿਵੇਂ ਮਹਾਰਾਜ ਰਹੇ ਨੇ, ਤੋ ਇਹ ਚਿਤਰਪਦਾ ਛੰਦ ਹੈ, ਸਵਈਆ ਹੈ, ਕਵਿਤ ਹੈ। ਇਸ ਤਰ੍ਹਾਂ ਅਲੱਗ-ਅਲੱਗ ਚਾਲਾਂ ਨੇ, ਔਰ ਉਹਨਾਂ ਦੀਆਂ ਚਾਲਾਂ ਐਸੀਆਂ ਹੋ ਜਾਂਦੀਆਂ ਕਿ ਜਦੋਂ ਚਾਲ ਵਿੱਚ ਪੜ੍ਹੀਏ ਤਾਂ ਉਹ ਹੋਰ ਰਸਦਾਇਕ ਹੋ ਜਾਂਦੀ ਹੈ। ਜਾਂ ਬਿਦ ਖੇਲਤ ਬਾਲਕ ਸੋ ਮਿਲ,
ਬੋਲਤ ਬੋਲ ਬਿਲਾਸ ਵਿਸਾਲ। ਤਬਿੱਤ ਦੀ ਚਾਲ ਆਪਣੀ ਹੈ, ਸਵਈਏ ਦੀ ਚਾਲ ਆਪਣੀ ਹੈ। ਸੋ ਇਸ ਤਰੀਕੇ ਨਾਲ ਹੌਲੀ ਹੌਲੀ ਸਾਰੀਆਂ ਚਾਲਾਂ ਵਿੱਚ ਵੀ ਚੱਲਾਂਗੇ ਔਰ ਇਹਦੇ ਨਾਲ ਨਾਲ ਅਰਥਾਂ ਦੀ ਵੀ ਸੋਝੀ ਪਵੇਗੀ। ਇਸ ਤਰੀਕੇ ਨਾਲ ਕਿਨੇ ਖੇਲਦੇ ਨੇ, ਬੱਚਿਆਂ ਦੇ ਨਾਲ ਮਿਲ ਕੇ ਬੋਲਦੇ ਨੇ, ਐਸੇ ਬੜੇ ਸੋਹਣੇ ਸੋਹਣੇ ਬੋਲ ਬਿਲਾਸ ਵਾਲੇ, ਖੁਸ਼ੀ ਵਾਲੇ। ਭੂਖਤ ਭੂਖਨ ਸੋਬਨ ਦੁਖਨ ਖੋਤ ਖੋਤ ਖਲੂਖਨ ਦੀਨ ਦਿਆਲ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਜ ਰਹੇ ਨੇ, ਬੜੇ ਸੋਹਣੇ ਲੱਗ ਰਹੇ ਨੇ ਗਹਿਣਿਆਂ ਦੇ ਨਾਲ ਔਰ ਬਿਨਾਂ ਕਿਸੇ ਦੁੱਖਨ ਤੋਂ। ਖੋਤ ਕਲੂਖਨ ਪਾਪਾਂ ਨੂੰ ਨਾਸ ਕਰਦੇ ਨੇ। ਦੀਨ ਦਿਆਲ, ਦੀਨ ਜੋ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਨੇ, ਦਇਆ ਦਾ ਘਰ ਨੇ ਸਤਿਗੁਰੂ। ਉਹ ਜਦੋਂ ਤੱਕਦੇ ਨੇ ਕਿਸੇ ਨੂੰ, ਕਿਉਂਕਿ ਇੱਕੋ ਇੱਕ ਸਾਹਿਬਜ਼ਾਦੇ ਬਾਬਾ ਕਲਿਆਣ ਚੰਦ ਜੀ ਦੇ, ਇਸ ਕਰਕੇ ਕਹਿੰਦੇ ਨੇ ਸੋਹਣੇ ਕੱਪੜੇ ਪਾ ਕੇ ਰੱਖਣੇ, ਸੋਹਣੀਆਂ ਚੀਜ਼ਾਂ ਸਜਾ ਕੇ ਰੱਖਣੀਆਂ ਸਰੀਰ ਦੇ ਉੱਪਰ। ਨਾਲੇ ਉੱਥੇ ਜਿੱਥੇ ਗੁਰੂ ਸਾਹਿਬ ਦੀ ਗੱਲ ਆ ਜਾਂਦੀ ਹੈ ਉੱਥੇ ਨਹੀਂ ਕੋਈ ਕਰਨੀ ਗੱਲ। ਮਹਾਰਾਜ ਲਈ ਤਾਂ ਸਭ ਠੀਕ ਹੀ ਠੀਕ ਹੈ। ਜਦੋਂ ਅਵਸਥਾ ਬ੍ਰਹਮ ਗਿਆਨ 'ਚ ਚਲੀ ਜਾਂਦੀ ਉੱਥੇ ਵੀ ਸਾਰਾ ਕੁਝ ਠੀਕ ਹੀ ਠੀਕ ਹੁੰਦਾ। ਕਈ ਚੀਜ਼ਾਂ ਹੁੰਦੀਆਂ ਨੇ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। ਇਹ ਬੜੀਆਂ ਚੀਜ਼ਾਂ ਹੁੰਦੀਆਂ। ਸ਼ੁਰੂ ਦੇ ਵਿੱਚ ਕੁਝ ਵਿਦਿਆਰਥੀ ਹੋਰ ਤਰ੍ਹਾਂ ਹੁੰਦਾ, ਫਿਰ ਗਾਹਾਂ ਚੱਲ ਕੇ ਹੋਰ ਹੁੰਦਾ, ਫਿਰ ਅੱਗੇ ਚੱਲ ਕੇ ਹੋਰ ਅਵਸਥਾ। ਮਹਾਰਾਜ ਕਹਿੰਦੇ ਕੋਈ ਨਹੀਂ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਕਹਿੰਦੇ ਕੋਈ ਨਹੀਂ। ਅਵਸਥਾ ਦੇ ਹਿਸਾਬ ਨਾਲ ਬਖਸ਼ਿਸ਼ ਕਰਦੇ ਨੇ। ਸ਼ੁਰੂ ਦੇ ਵਿਦਿਆਰਥੀ ਵੱਖਰੀ ਕਿਸਮ ਦੇ ਹੁੰਦੇ ਨੇ ਅਤੇ ਬਾਅਦ ਵਿੱਚ ਅਵਸਥਾ ਹੋਰ। ਪਰ ਸਤਿਗੁਰਾਂ ਉੱਤੇ ਨਹੀਂ ਕਿੰਤੂ ਸਾਡਾ ਕੋਈ। ਅਸੀਂ ਨਹੀਂ ਤੁਹਾਨੂੰ ਕੁਝ ਕਹਿੰਦੇ, ਅਸੀਂ ਨਹੀਂ ਕਹਿੰਦੇ ਕਿ ਤੁਸੀਂ ਆਹ ਨਹੀਂ ਕਰਦੇ, ਤੁਸੀਂ ਆਹ ਨਹੀਂ ਕਰਦੇ। ਨਹੀਂ ਮਹਾਰਾਜ, ਕਿੱਥੇ ਅਸੀਂ ਨਿਰਗੁਣੀ ਆਰੇ ਜੇ ਜੀਵ। ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ, ਕਿਆ ਹਮ ਕਿਰਮ ਨਾਨਕ ਕੀਰੇ। ਸੋ ਇਸ ਕਰਕੇ ਮਹਾਰਾਜ ਉੱਤੇ ਨਹੀਂ ਕਿੰਤੂ ਸਾਡਾ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਮਾਇਆ ਦੇ ਮਾਲਕ ਨੇ, ਤਿੰਨਾਂ ਲੋਕਾਂ ਦੇ ਮਾਲਕ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ ਜੀ। ਹੋਰ ਬਿਦੁਖਾ ਬਿਦੁਖਨ ਮੈਂ ਤਰ ਰੁਖਣ ਕੇ ਕਰ ਰਾਵਚ ਰਾਵਚ ਸਾਲ। ਇਸ ਤਰ੍ਹਾਂ ਭਾਰੇ ਪੰਡਤਾਂ ਵਿੱਚ ਪੰਡਤ ਰੂਪ ਨੇ ਸੱਚੇ ਪਾਤਸ਼ਾਹ। ਕੋਈ ਨਹੀਂ ਖੜ ਸਕਦਾ ਉਹਨਾਂ ਦੇ ਸਾਹਮਣੇ। ਜਿੱਥੇ ਜਾ ਕੇ ਬੈਠ ਜਾਂਦੇ ਨੇ ਉੱਥੇ ਵੱਡੇ ਨੇ। ਸੋ ਤਲੇ ਰੁੱਖਾਂ ਦੇ ਪੰਡਤਾਂ ਦੇ ਵਿੱਚ ਭਾਰੇ ਪੰਡਤ ਬਣ ਕੇ ਬਿਰਾਜਦੇ ਨੇ। ਕਦੇ ਮਹਾਰਾਜ ਚਲੇ ਜਾਂਦੇ ਨੇ ਜਦੋਂ ਬਾਹਰ ਗੱਲਬਾਤ ਚੱਲਦੀ, ਤੇ ਕਦੇ ਘਰ ਦੇ ਵਿੱਚ ਆ ਕਰਕੇ ਬਿਰਾਜਦੇ ਨੇ। ਜਦੋਂ ਜਾ ਕੇ ਬੈਠ ਜਾਂਦੇ ਨੇ ਵੱਡੇ ਵੱਡੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਕੁਐਸਚਨ ਕਰਦੇ ਨੇ, ਆ ਕੇ ਪ੍ਰਸ਼ਨ ਕਰਦੇ ਨੇ। ਜਦੋਂ ਜਵਾਬ ਦਿੰਦੇ ਨੇ ਅੱਗੇ ਚੁੱਪ ਹੋ ਜਾਂਦੇ ਨੇ। ਐਸਾ ਬਾਲਕ। ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਚਾਰੇ ਪਾਸੇ ਫੈਲਣ ਲੱਗੀ ਹੈ। ਬਾਲ ਰਹੇ ਅਲ ਬਾਲਤ ਜਾਲ ਬਿਲੋਕਤ ਲੋਚਨ ਹੋਤ ਨਿਹਾਲ। ਹੁਣ ਸਾਰੇ ਜਿਹੜੇ ਚੌਫੇਰੇ ਦੇ ਵਿੱਚ ਵਿਹੜੇ ਵਿੱਚ ਰਹੇ ਨੇ ਬਾਲਕ, ਉਹ ਘੇਰਾ ਪਾਇਆ ਹੋਇਆ ਮਹਾਰਾਜ ਨੂੰ ਸਾਰਿਆਂ ਨੇ। ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਰੇ ਜਣੇ ਅੱਖਾਂ ਨਾਲ ਦਰਸ਼ਨ ਕਰਦੇ ਨੇ। ਹੋਰ ਸੁਣਾਓ ਮਹਾਰਾਜ, ਕਿਰਪਾ ਕਰੋ। ਜਿਹੜੇ ਪਹਿਲਾਂ ਤੁਸੀਂ ਬਚਨ ਸੁਣਾਏ ਸੀ ਉਹ ਬੜੇ ਵਧੀਆ ਨੇ, ਕਿਉਂਕਿ ਬੱਚੇ ਦਾ ਮਨ ਬੜਾ ਹੀ ਪਵਿੱਤਰ ਕੋਮਲ ਹੁੰਦਾ। ਜੇ ਕਿਤੇ ਟਿਕ ਜਾਏ, ਉਹ ਟਿਕਾਉਣ ਵਾਲੇ ਬਾਬਾ ਨਾਨਕ ਜੀ ਹੋਣ, ਗੁਰੂ ਨਾਨਕ ਦੇਵ ਜੀ, ਧਰੂ ਪ੍ਰਹਿਲਾਦ ਦੋਨੇ ਬੱਚੇ ਸੀ ਛੋਟੇ ਛੋਟੇ। ਉਪਦੇਸ਼ ਹੋ ਗਿਆ ਬਚਪਨ ਵਿੱਚ ਨਾਮ ਦਾ। ਨਾਮ ਜਪ ਕੇ ਕਿੰਨੀਆਂ ਉੱਚੀਆਂ ਪਦਵੀਆਂ ਤੇ ਚਲੇ ਗਏ ਨੇ। ਅਟਲ ਭਇਓ ਧਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਬੱਚੇ ਦੀ ਬੁੱਧੀ ਵਿਕਾਰਾਂ ਤੋਂ ਨਿਰਮਲ ਹੋਣ ਕਰਕੇ ਇਤਨੀ ਸਵੱਛ ਹੁੰਦੀ ਹੈ ਕਿ ਸੁਣਾਉਣ ਵਾਲੇ ਉਪਦੇਸ਼ ਫਿਰ ਗੁਰੂ ਨਾਨਕ ਦੇਵ ਜੀ ਹੋਣ। ਬੱਚਿਆਂ ਨੂੰ ਤਾਂ ਘਰ ਹੀ ਭੁੱਲ ਗਏ ਆਪਣੇ। ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਮਹਾਰਾਜ ਦੇ ਘਰ ਦੇ ਵਿੱਚ ਚਾਰੇ ਪਾਸੇ ਜਿੱਥੇ ਸਤਿਗੁਰੂ ਸਜੇ ਨੇ, ਬੱਚੇ ਕਹਿੰਦੇ ਹੋਰ ਸੁਣਾਓ ਜੀ। ਮਰ ਹਰੀ ਛੰਦਾ ਹੇਰਤ ਸਤ ਕਾਲੂ ਹਰਖ ਵਿਸਾਲੂ ਪੜਨੋ ਚਿਤ ਮਨ ਜਾਨ। ਦੇਖ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਦੇਖਿਆ ਕਿ ਹੁਣ ਪੜਨ ਦੇ ਯੋਗ ਹੋ ਗਏ ਨੇ। 5 ਸਾਲ ਦੀ ਉਮਰ ਤੋਂ ਉੱਤੇ ਹੋ ਗਿਆ। ਇਹ ਮਨ ਦੇ ਅੰਦਰ ਜਾਣਿਆ
ਹਮ ਕਾਜ ਵਸੇਖਾ ਸਿਖਹਿ ਲੇਖਾ ਬੈਸ ਅਵਹਿ ਪਹਿਚਾਨ। ਕਿਉਂਕਿ ਸਾਡਾ ਕੰਮ ਵਿਸ਼ੇਸ਼ ਹੈ ਲੇਖਾ ਪੱਤਾ ਕਰਨਾ, ਪਟਵਾਰੀ ਦਾ ਕੰਮ ਬੈਸ ਅਵਹਿ ਪਹਿਚਾਨ। ਹੁਣ ਇਹਨਾਂ ਦੀ ਉਮਰ ਜਾਣੀਏ, ਪਹਿਚਾਨਣਾ ਕਰੀਏ ਕਿ ਉਮਰ ਸਿੱਖਣ ਦੀ ਹੈ। ਪਹਾੜੇ ਸਿਖਾਵਾਂਗੇ ਹੁਣ ਤੋਂ ਲੈ ਕੇ ਸਵਾਇਆ, ਡਿਉਢਾ, ਢਾਈਆ, ਇਸੇ ਪ੍ਰਕਾਰ ਔਂਚੇ ਪਹੁੰਚੇ ਢੌਂਚੇ ਕਈ ਪੁਰਾਣੇ ਨਾਂ ਨੇ। ਸਵਾ ਏਕਮ ਸਵਾ, ਸਵਾ ਦੂਣੀ ਢਾਈ, ਇਹ ਪੁੱਠੇ ਜੇ ਪਹਾੜੇ ਹੁੰਦੇ ਸੀ ਪਹਿਲਾਂ, ਆ ਤਾਂ ਹੁਣ ਸੌਖੇ ਜੇ ਹੋਏ ਨੇ। ਡੇਢ ਏਕਮ ਡੇਢ, ਡੇਢ ਦੂਣੀ 3 ਤੇ ਡੇਢ ਤੀਆ 4.5, ਫੇਰ ਅੱਗੇ ਜਾ ਕੇ 5 ਮਿਲਾ ਦੇਣਾ ਉਹਦੇ ਚ ਜਾਂ 6। ਇਸ ਤਰੀਕੇ ਨਾਲ ਕਹਿੰਦੇ ਨੇ ਪਟਵਾਰਖਾਨੇ ਦਾ ਕੰਮ ਮੈਂ ਆਪਣੇ ਪੁੱਤਰ ਨੂੰ ਸਿਖਾਵਾਂਗਾ, ਇਹਨਾਂ ਨੂੰ ਮੈਂ ਪੜ੍ਹਾਈ ਕਰਾਵਾਂਗਾ ਅਤੇ ਮੇਰਾ ਪੁੱਤਰ ਰਾਏਬਲਾਰ ਦੇ ਲੱਗੇਗਾ, ਇਹਦੇ ਰਾਏਬਲਾਰ ਜਿਹੜੇ ਅੱਗੇ ਔਲਾਦ ਹੋਵੇਗੀ ਮੇਰਾ ਪੁੱਤਰ ਉਹਦੇ ਫਿਰ ਪਟਵਾਰੀ ਲੱਗੇਗਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਜੀ ਵਿਚਾਰ ਕਰਦੇ ਹਨ। ਕਾਰੰਗ ਪਟਵਾਰੀ ਗ੍ਰਮ ਹੈ ਸਾਰੀ ਕਰਨੋ ਚਿਤ ਤਬ ਹੋਏ। ਹੁਣ ਪਟਵਾਰੀ ਦੀ ਕਾਰ ਹੈ, ਸਾਰੇ ਪਿੰਡਾਂ ਦੀ ਹੈ। ਪਿੰਡ ਕਿਤੇ ਥੋੜੇ ਨੇ, ਕਰਨੇ ਦੇ ਲਾਇਕ ਤਾਈਆਂ ਬਣਨਗੇ ਜੇ ਹੁਣ ਤੋਂ ਹੀ ਸਿੱਖਣਾ ਸ਼ੁਰੂ ਕਰਨਗੇ। ਪਾਦੇ ਪਹਿ ਬੈਸੇ ਹੋ ਮਮ ਜੈਸੇ ਸੰਖਿਆ ਨਿਪੁੰਨ ਸੋਏ। ਕਹਿੰਦੇ ਪਾਂਦੇ ਕੋਲ ਬੈਸੇ ਹੋ ਮਮ ਜੈਸੇ, ਤੇ ਮੇਰੇ ਵਰਗੇ ਕਹਿੰਦੇ ਬਣ ਜਾਣ, ਗਿਣਤੀ ਜਾਂ ਲੇਖੇ ਸਿੱਖ ਲੈਣ, ਨਿਪੁੰਨ ਚਤਰ ਹੋ ਜਾਣ ਉਹਦੇ ਵਿੱਚ। ਬਹੁ ਗੁਣੀ ਅਲਾਵ ਹੈ ਸੁਤ ਨ ਪੜਾਵ ਹੈ ਸੋ ਸਤਰੂ ਸਮਤਾਤ। ਬਹੁਤ ਸਾਰੇ ਗੁਣੀ ਪੁਰਸ਼ਿਆਂ ਕਹਿੰਦੇ ਨੇ ਕਿ ਜਿਹੜਾ ਬੱਚੇ ਨੂੰ ਪੜਾਉਂਦਾ ਨਹੀਂ ਆਪਣੇ, ਉਹ ਦੁਸ਼ਮਣ ਹੈ ਮਾਂ-ਬਾਪ ਬੱਚੇ ਦਾ। ਇਸ ਕਰਕੇ ਬਾਬਾ ਕਲਿਆਣ ਚੰਦ ਜੀ ਕਹਿੰਦੇ ਮੈਨੂੰ ਆਪਣਾ ਪੁੱਤਰ ਪੜਾਉਣਾ ਚਾਹੀਦਾ ਹੈ। ਸੋਭਾ ਨਹਿ ਪਾਵ ਹੈ ਮਤ ਨਹਿ ਆਵ ਹੈ ਜਗ ਮੈਂ ਇਹ ਬਖਿਆਤ। ਜਗ ਵਿੱਚ ਇਹ ਗੱਲ ਪ੍ਰਗਟ ਹੈ ਸਾਰੇ ਕਿਤੇ, ਉਹ ਬੰਦਾ ਸ਼ੋਭਾ ਨਹੀਂ ਪਾਉਂਦਾ ਕਿਉਂਕਿ ਉਹ ਬੱਚੇ ਨੂੰ ਜੋ ਨਾ ਪੜ੍ਹੇ ਫਿਰ ਬੁੱਧੀ ਨਹੀਂ ਆਉਂਦੀ, ਉਹਨੂੰ ਪਤਾ ਹੀ ਨਹੀਂ ਲੱਗਦਾ ਵਿਚਾਰੇ ਨੂੰ ਬੋਲਣਾ ਕੀ, ਕਹਿਣਾ ਕੀ, ਹਿਸਾਬ ਕਿਤਾਬ ਨਹੀਂ ਆਉਂਦਾ, ਪੈਸੇ ਨਹੀਂ ਗਿਣ ਸਕਦਾ, ਕੰਮ ਨਹੀਂ ਕਰ ਸਕਦਾ। ਇਸ ਕਰਕੇ ਬਾਬਾ ਕਲਿਆਣ ਚੰਦ ਜੀ ਐਸਾ ਅੱਛੇ ਪਿਤਾ ਵਾਂਗੂ ਸੋਚ ਰਹੇ ਹਨ। ਨਹਿ ਦਰਬ ਖਟਾਉ ਭੋਰ ਸੁਭਾਉ ਸਮਝ ਨਾ ਕੋ ਵਿਦ ਸੋਏ। ਕਹਿੰਦੇ ਨੇ ਮੇਰਾ ਪੁੱਤ ਤਾਂ ਵਿਚਾਰਾ ਪੈਸੇ ਖਟਾਊ ਨਹੀਂ ਹੈਗਾ, ਕਮਾਉਣ ਵਾਲਾ ਨਹੀਂ ਹੈਗਾ। ਮੈਨੂੰ ਤਾਂ ਇਹ ਭੋਲਾ ਜਿਹਾ, ਬਹੁਤਾ ਹੀ ਭੋਲਾ ਜਿਹਾ ਮੇਰਾ ਪੁੱਤ, ਇਹਨੂੰ ਤਾਂ ਕੋਈ ਸਮਝ ਹੀ ਨਹੀਂ ਆ ਕਿਸੇ ਤਰ੍ਹਾਂ ਦੀ ਦੁਨਿਆਵੀ ਤੌਰ ਤੇ। ਦੁਨਿਆਵੀ ਲੋਕ ਉਹਨੂੰ ਸਿਆਣਾ ਸਮਝਦੇ ਜਿਹੜਾ ਇਧਰੋਂ ਉਧਰੋਂ ਕਰਕੇ ਚੀਜ਼ ਚੁੱਕ ਲਿਆਵੇ ਤੇ ਪੈਸੇ ਵਧੀਆ ਕਮਾਵੇ। ਤਰੀਕਾ ਕਹਿੰਦੇ ਬਹੁਤ ਨਿਆਣਾ ਹੁਸ਼ਿਆਰ ਹੈ ਇਹਨਾਂ ਦਾ। ਇਹੋ ਜਿਹੀ ਹੁਸ਼ਿਆਰੀ ਕੀ ਕਰਨੀ ਜੀ, ਇਹਨਾਂ ਲੇਖਾ ਦੇਣਾ ਪੈ ਜੇ। ਕਿਉ ਹਿਰਦੈ ਵਿਚਾਰਾ ਕਲ ਭੁਨ ਸਾਰਾ ਲੈ ਜਾਵੋ ਸਤ ਕੋਇ। ਕਿਉਂ ਮਨ ਦੇ ਅੰਦਰ ਵਿਚਾਰ ਕੀਤੀ ਕੱਲ ਨੂੰ ਸਵੇਰੇ ਭੁਨਸਾਰ ਤੋਂ ਭਾਵ ਸੂਰਜ ਚੜ੍ਹਦੀ ਲੈ ਜਾਵੋ ਸੁਤ ਕੋਇ। ਆਪਣੇ ਪੁੱਤਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੂੰ ਲੈ ਕੇ ਜਾਵਾਂਗਾ। ਜਬ ਭੀ ਪ੍ਰਭਾਤਾ ਲੈ ਕਰ ਤਾਤਾ ਚੱਲਣੇ ਭਇਓ ਤਿਆਰ। ਜਦੋਂ ਪ੍ਰਭਾਤ ਵੇਲਾ ਹੋਇਆ ਲੈ ਕਰਕੇ ਤਾਤਾ ਤੋਂ ਭਾਵ ਆਪਣੇ ਸਾਹਿਬਜ਼ਾਦੇ ਗੁਰੂ ਨਾਨਕ ਦੇਵ ਜੀ ਨੂੰ ਚੱਲਣ ਲਈ ਤਿਆਰ ਹੋ ਗਏ। ਅਛਤ ਪਰ ਥਾਰੀ ਬਹੁਰ ਸੁਪਾਰੀ ਲੀਨੀ ਕਰ ਮਹਿ ਧਾਰ। ਇਸ ਤਰ੍ਹਾਂ ਪੁਰਾਣੀ ਮਰਿਆਦਾ ਦੇ ਮੁਤਾਬਕ ਮਿੱਠੇ ਦੀ ਥਾਲੀ ਭਰ ਲੈਣੀ, ਹੋਰ ਚੀਜ਼ਾਂ ਹੀ ਰੱਖ ਲੈਣੀਆਂ, ਸਵਾ ਰੁਪਈਆ ਰੱਖਣਾ। ਮਾਸਟਰ ਕੋਲ ਐਂ ਜਾਂਦੇ ਹੁੰਦੇ ਸੀ ਪਹਿਲਾਂ, ਜਾਂ ਗੁੜ ਦੇ ਦਿੰਦੇ ਜਾਂ ਐਵੇਂ ਕਣਕ ਦੇ ਦੇਣੀ, ਇਹੀ ਫੀਸ ਹੁੰਦੀ ਸੀ। ਸੋ ਇਸ ਤਰ੍ਹਾਂ ਪਟਵਾਰੀ ਅਮੀਰ ਸੀ, ਇਸ ਕਰਕੇ ਸਵਾ ਰੁਪਈਆ ਨਾਲ ਤੇ ਉਹ ਨਾਲ ਮਿੱਠਾ ਰੱਖਿਆ। ਅੱਛੀ ਤਰ੍ਹਾਂ ਲੈ ਕੇ ਚੱਲੇ ਹਨ ਥਾਲੀ ਭਰ ਕੇ। ਪਟ ਨਵ ਪਹਿਰਾਏ ਸੁਬਕ ਸੁਹਾਏ ਚੱਲਿਓ ਤਾਂਤ ਸੰਗ ਤਾਤ। ਹੁਣ ਸੋਹਣੇ ਸੋਹਣੇ ਵਸਤਰ ਵੀ ਪਹਿਨਾਏ ਗੁਰੂ ਨਾਨਕ ਦੇਵ ਮਹਾਰਾਜ ਨੂੰ। ਥਾਲੀ ਵਿੱਚ ਮਿੱਠਾ ਰੱਖਿਆ, ਚੌਲ ਰੱਖੇ, ਹੋਰ ਸਮਾਨ ਰੱਖਿਆ, ਪੈਸੇ ਰੱਖੇ। ਚਲੋ ਤਾਤ ਸੰਗ ਤਾਤ, ਕਿਉਂਕਿ ਤਾਤ ਦਾ ਅਰਥ ਪੁੱਤਰ ਹੈ, ਤਾਤ ਦਾ ਅਰਥ ਪਿਤਾ ਵੀ ਹੈ। ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸ਼ਰੀਕ ਹਾਮੀ ਤੋਂ ਅਮੀਕ ਹੈ ਸदैवੰ ਪ੍ਰਭਾ ਹੈ ਅਜੈ ਹੈ ਜਾ ਹੈ। ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਪਿਤਾ ਜੀ ਹੁਣ ਚੱਲੇ ਹਨ ਸੋਹਣੇ ਢੰਗ ਨਾਲ, ਔਰ ਸਜਾਏ ਹਨ ਸੋਹਣੇ ਜੋ ਵਸਤਰ ਪਹਿਨੇ ਹੋਏ ਹਨ। ਗਤ ਚੰਚਲ ਚਾਰੀ ਗਾਜ ਸਤਵਾਰੀ ਹੇਰਤ ਹਰਖਤ ਮਾਤ। ਬੜੇ ਸੋਹਣੇ ਜਾ ਰਹੇ ਨੇ, ਟੋਰ ਕਹਿੰਦੇ ਬੜੀ ਸੋਹਣੀ ਹੈ। ਗਤ ਚੰਚਲ
ਚੰਚਲ ਚਾਲ ਹੈ ਚਾਰੀ ਸੁੰਦਰ, ਕਿਹਦੀ ਗੱਜ ਸੁਤ ਵਾਰੀ। ਜਿਵੇਂ ਛੋਟਾ ਜਿਹਾ ਹਾਥੀ ਦਾ ਛੋਟਾ ਜਿਹਾ ਬੱਚਾ ਚੱਲਦਾ ਨਾ, ਬੜੀ ਮਸਤ ਚਾਲ ਚੱਲਦਾ। ਕਹਿੰਦੇ ਇਹਨੂੰ ਕਥਾ 'ਚ ਕਹਿੰਦੇ ਇੱਕ ਅੰਗੀ ਦ੍ਰਿਸ਼ਟਾਂਤ ਲੈਣਾ, ਸਿਰਫ ਉਹਦੀ ਇੱਕ ਚੀਜ਼ ਲੈਣੀ ਬਸ, ਇਹ ਨਹੀਂ ਸਾਰਾ ਕੁਝ ਨਹੀਂ ਲੈਣਾ ਹੁੰਦਾ। ਇਸ ਤਰ੍ਹਾਂ ਜਦੋਂ ਵੀ ਆਪਾਂ ਕਥਾ ਸੁਣਾਂਗੇ ਉਹਦੇ ਵਿੱਚ ਫਲਾਨਾ ਬੰਦਾ ਤਾਂ ਬਈ ਸ਼ੇਰ ਵਰਗਾ, ਇੱਕ ਅੰਗੀ ਦ੍ਰਿਸ਼ਟਾਂਤ ਹੁੰਦਾ ਹੈ, ਫਲਾਨਾ ਬੰਦਾ ਤਾਂ ਗਿੱਦੜ ਵਰਗਾ, ਉਹ ਵੀ ਇੱਕ ਅੰਗੀ ਦ੍ਰਿਸ਼ਟਾਂਤ ਲੈ ਲਿਆ। ਇਸ ਕਰਕੇ ਇੱਥੇ ਜਿਹੜਾ ਪ੍ਰਮਾਣ ਦਿੱਤਾ ਹੈ ਕਿ ਜਿਵੇਂ ਛੋਟਾ ਜਿਹਾ ਬੱਚਾ ਹਾਥੀ ਦਾ ਤੁਰਦਾ ਨਾ, ਬਹੁਤ ਸੋਹਣੀ ਚਾਲ, ਇਸ ਤਰੀਕੇ ਨਾਲ ਵੇਖ ਕੇ ਮਾਤਾ ਤ੍ਰਿਪਤਾ ਜੀ ਬਹੁਤ ਖੁਸ਼ ਹੁੰਦੇ ਨੇ, ਉਹ ਮੇਰਾ ਪੁੱਤਰ ਚੱਲਿਆ ਹੈ ਪੜਨ। ਸਵਈਆ ਜਲ ਜਾਤ ਸੇ ਹੈ ਪਦ ਜਾਤ ਚੱਲੇ, ਗਹਿ ਤਾਤ ਕਰਾ ਗੁਰ ਹਾਥ ਉਚਾਈ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਨੇਤਰ ਕਮਲ ਮਹਾਰਾਜ ਸੱਚੇ ਪਾਤਸ਼ਾਹ ਦੇ ਕਿਸ ਤਰੀਕੇ ਦੇ ਨੇ। ਸੋ ਜਿਸ ਤਰੀਕੇ ਨਾਲ ਨੇਤਰ ਕਮਲ ਨੇ ਨਾ, ਉਹ ਕਮਲ ਦੇ ਪੱਤਿਆਂ ਵਰਗੇ ਨੇਤਰ ਨੇ, ਸੋਹਣੇ ਸੋਹਣੇ ਨੇਤਰ ਸੱਚੇ ਪਾਤਸ਼ਾਹ ਦੇ। ਔਰ ਭਲੇ ਸਿਰ ਪੈ ਉਸ਼ਨੀਕ ਹੈ ਨੀਕ ਬਨਾਈ, ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਸਮਝੇ, ਉਸ਼ਨੀਕੇ ਤੋਂ ਭਾਵ ਦਸਤਾਰ ਸਜਾਈ। ਅੱਜ ਸਾਡੀ ਦਸਤਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਪੜਨ ਚੱਲੇ ਨੇ। ਬੱਚਿਆਂ ਦੇ ਸਿਰ ਤੇ ਤਾਂ ਹਾਲੇ ਦਸਤਾਰ ਨਹੀਂ ਨਾ ਹੁੰਦੀ, 5 ਸਾਲ ਦੇ 6 ਸਾਲ ਦੇ ਬੱਚੇ ਪਟਕਾ ਜਾਂ ਬੰਨ੍ਹ ਦਿੰਦੇ ਨੇ ਸਾਰੇ ਜਾਣੇ। ਕਹਿੰਦੇ 8ਵੀਂ 'ਚ ਦਸਤਾਰ ਲੱਗੂ, 10ਵੀਂ ਲੱਗੂ, ਪਰ ਧੰਨ ਗੁਰੂ ਨਾਨਕ ਦੇਵ ਜੀ ਤਾਂ ਪਹਿਲੇ ਦਿਨ ਹੀ ਨਰਸਰੀ ਦੇ ਵਿੱਚ ਹੀ ਅੱਜ ਦਸਤਾਰ ਬੰਨ੍ਹ ਲਈ। ਬੜੀ ਸੋਹਣੀ ਬਾਬਾ ਜੀ ਨੇ ਦਸਤਾਰ ਕਲਿਆਣ ਚੰਦ ਜੀ ਨੇ ਬੰਨ੍ਹੀ ਹੈ। ਭਲੇ ਸਿਰ ਪੈ ਉਸ਼ਨੀਕਾ ਨੀਕ ਬਨਾਈ, ਚੰਗੀ ਤਰ੍ਹਾਂ ਸੋਹਣੀ ਦਸਤਾਰ ਗੁਰੂ ਨਾਨਕ ਦੇਵ ਜੀ ਦੇ ਛੋਟੀ ਜੀ ਬੰਨ੍ਹ ਕੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਚੱਲੇ ਪੜਾਉਣ ਲਈ। ਕਰ ਕੰਕਨ ਸੋ ਕਟ ਕਿੰਕਨ ਹੈ ਕਲ, ਕੁੰਡਲ ਲੋਲ ਕਪੋਲਣ ਝਾਈ। ਮਹਾਰਾਜ ਸੱਚੇ ਪਾਤਸ਼ਾਹ ਦੇ ਕਵੀ ਜੀ ਆਪਣੀ ਕਵਿਤਾ ਦੇ ਮੁਤਾਬਕ ਕਈ ਚੀਜ਼ਾਂ ਪਾ ਦਿੰਦੇ ਨੇ। ਕਹਿੰਦੇ ਬੜੇ ਸੁੰਦਰ ਸੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਲੱਗ ਰਹੇ ਨੇ, ਉਹਨਾਂ ਦੀ ਚਾਲ, ਉਹਨਾਂ ਦਾ ਬੋਲਣਾ, ਉਹਨਾਂ ਦਾ ਬੈਠਣਾ ਇਸ ਤਰੀਕੇ ਨਾਲ ਹਨ ਸੱਚੇ ਪਾਤਸ਼ਾਹ। ਦਲ ਲੋਚਨ ਕੰਜ ਵਿਸਾਲ ਭਲੇ, ਸਿਰ ਪੈ ਅਨੀਕ ਹੈ ਨੀਕ ਬਨਾਈ। ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਇਹ ਜੋ ਸ਼ਿੰਗਾਰ ਰਸ ਵਿੱਚ ਆ ਜਾਂਦੀਆਂ ਨੇ। ਜੇ ਨਹੀਂ ਵੀ ਕੋਈ ਚੀਜ਼ ਪਾਉਣੀ ਤਾਂ ਵੀ ਕਵੀ ਜੀ ਨੇ ਕਵਿਤਾ ਵਿੱਚ ਪਾ ਦੇਣੀ ਹੈ। ਉਹ ਇਸ ਕਰਕੇ ਕਿ ਕੱਲ ਨੂੰ ਕੋਈ ਕਵੀ ਇਹ ਨਾ ਕਹੇ ਵੀ ਕਵੀ ਜੀ ਆਹ ਚੀਜ਼ ਤਾਂ ਤੁਸੀਂ ਕਵਿਤਾ ਵਿੱਚ ਸ਼ਿੰਗਾਰ ਰਸ ਲਿਖਦਿਆਂ ਹੋਇਆ ਲਿਖੀ ਨਹੀਂ। ਇਸ ਕਰਕੇ ਕਈ ਚੀਜ਼ਾਂ ਵੈਸੀ ਆ ਜਾਂਦੀਆਂ ਨੇ, ਇੱਥੇ ਸਾਰਾ ਕੁਝ ਹੀ ਪਾ ਦਿੱਤਾ ਹੈ। ਔਰ ਇਸੇ ਤਰ੍ਹਾਂ ਸਜਾਤਾ ਸੱਚੇ ਪਾਤਸ਼ਾਹ ਨੂੰ। ਪਰ ਧੰਨ ਗੁਰੂ ਨਾਨਕ ਦੇਵ ਜੀ ਤਾਂ ਬਹੁਤ ਸਾਦਾ ਜਿਹਾ ਹੈ ਸੁਭਾਅ ਮਹਾਰਾਜ ਦਾ, ਸਾਦਾ ਜਿਹਾ ਲਿਬਾਸ। ਕਿਉਂ ਆਪ ਲਿਖਦੇ ਨਾ ਕਿ ਰੱਖ ਗਰੀਬੀ ਵੇਸ। ਕਿਉਂ ਮਹਾਰਾਜ ਸੋਹਣੀ ਛੋਟੀ ਜੀ ਦਸਤਾਰ, ਸੋਹਣੇ ਬਸਤਰ ਪਹਿਨ ਕੇ ਚੱਲੇ ਹਨ। ਚਤ ਸਾਰ ਜਹਾਂ ਅਤ ਚਾਰ ਬਨੀ, ਬਹੁ ਬਾਰ ਇੱਕ ਬਾਰ ਹੈ ਬਾਰ ਅਲਾਈ। ਚਤ ਸਾਰ ਹੁੰਦੀ ਪਾਠਸ਼ਾਲਾ, ਮਦਰਸਾ ਵੀ ਕਹਿੰਦੇ ਸੀ, ਹੁਣ ਸਕੂਲ ਕਹਿੰਦੇ ਅੰਗਰੇਜ਼ੀ 'ਚ। ਇਸ ਕਰਕੇ ਚਟਸਾਲ, ਜਿੱਥੇ ਚਾਟੜੇ ਭਾਵ ਬੱਚੇ, ਸਾਲ ਭਾਵ ਘਰ, ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਘਰ ਹੋਵੇ, ਉਸ ਥਾਂ ਦੇ ਉੱਤੇ ਜਿੱਥੇ ਸੁੰਦਰ ਬੱਚੇ ਬਾਰਕ ਬਾਰ ਹੈ ਬਾਰ ਅਲਾਈ, ਬੱਚੇ ਬਾਰ-ਬਾਰ ਉੱਚੀ ਉੱਚੀ ਪੜ੍ਹ ਰਹੇ ਨੇ। ਭਾਈ ਮਰਦਾਨੇ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਇਹ ਬਚਨ ਕਿਹਾ ਸੀ, ਕਹਿੰਦਾ ਮਹਾਰਾਜ ਇਹ ਨਾਮ ਅੰਦਰ ਕਿਵੇਂ ਵਸਦਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਾ ਕਦੇ ਸਕੂਲ ਦੇਖਿਆ ਬੱਚਿਆਂ ਦਾ ਜਿੱਥੇ ਪੜ੍ਹਦੇ ਨੇ ਬੱਚੇ? ਕਹਿੰਦੇ ਹਾਂ ਮਹਾਰਾਜ ਕੋਲੋਂ ਤਾਂ ਕਈ ਵਾਰ ਲੰਘਿਆ, ਗਿਆ ਨਹੀਂ, ਬਸ ਪੜ੍ਹਨੀ ਨਹੀਂ ਗਿਆ। ਕਹਿੰਦੇ ਉੱਥੇ ਬੱਚੇ ਕਿੰਨਾ ਰੌਲਾ ਪਾਉਂਦੇ ਨੇ, 1 ਦੂਣੀ ਦੂਣੀ 2 ਦੂਣੀ 4, ਕਹਿੰਦੇ ਕਿੱਡੀ ਉੱਚੀ ਉੱਚੀ ਬੋਲਦੇ ਹੁੰਦੇ। ਕਹਿੰਦੇ ਮਾਸਟਰ ਉਹਨਾਂ ਨੂੰ ਰੋਜ਼ ਕਹਾਉਂਦਾ ਚਲੋ ਵੀ ਖੜੇ ਹੋ ਜਾ 20 ਤੱਕ ਪਹਾੜੇ ਪਹਿਲਾਂ ਉੱਚੀ ਉੱਚੀ ਸੁਣਾਓ। ਰੋਜ਼ ਹੀ ਸੁਣਦਾ। ਕਹਿੰਦੇ ਰੋਜ਼ ਪੜ੍ਹਦਿਆਂ ਪਹਾੜੇ ਪੱਕ ਜਾਂਦੇ ਨੇ। ਹੌਲੀ ਹੌਲੀ ਉਹਨਾਂ ਦੇ ਉਹ ਤਲਹੀਲ ਵਿੱਚ ਚਲੇ ਜਾਂਦੇ ਨੇ ਜਿੱਥੇ ਡੂੰਘਾ ਹਿਰਦਾ। ਕਹਿੰਦੇ ਸਾਰੀ ਜ਼ਿੰਦਗੀ ਨਹੀਂ ਬੱਚਾ ਭੁੱਲਦਾ, ਪਹਾੜੇ ਪੱਕ ਜਾਣ ਨਾ ਇੱਕ ਵਾਰੀ ਫੇਰ ਨਹੀਂ ਭੁੱਲਦਾ। ਮਰਦਾਨਿਆ ਬੱਚੇ ਦੇ ਹਿਰਦੇ 'ਚ ਉੱਚੀ ਉੱਚੀ ਬੋਲਣ ਨਾਲ ਉਹ ਪਹਾੜਾ ਜਿਵੇਂ ਚਲਿਆ ਜਾਂਦਾ ਨਾ ਅੰਦਰ, ਇਸ ਤਰ੍ਹਾਂ ਤੂੰ ਵੀ ਆਖਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਜਦੋਂ ਆਪਾਂ ਬਾਣੀ ਗਾਉਂਦੇ ਆ, ਗਾ ਗਾ ਕੇ ਪੜ੍ਹਦੇ ਆ, ਉੱਚੀ ਕੀਰਤਨ ਦਾ ਭਾਵ ਅਰਥ ਕੀ? ਰਾਗੀ ਸਿੰਘ ਬਾਰ-ਬਾਰ ਸ਼ਬਦ ਵਿੱਚ ਇਹ ਹੁੰਦਾ, ਇੱਕੋ ਸ਼ਬਦ ਨੂੰ ਕਈ ਵਾਰੀ ਅੱਧਾ ਘੰਟਾ ਗਾਉਂਦੇ ਨੇ। ਔਰ ਰਾਗ ਦੇ ਵਿੱਚ ਕੀ ਭਾਵ ਹੈ? ਰਾਗ ਵਿੱਚ ਪੰਕਤੀ ਬਾਰ-ਬਾਰ ਪੜ੍ਹੀ ਜਾਣੀ। ਗੁਰਪੂਰ ਹੈ ਮੇਰੀ ਰਾਖ ਲਈ, ਉਹ ਬਾਰ-ਬਾਰ ਤੀਆ ਲਾ ਲਾ ਕੇ ਫਿਰ ਪੜ੍ਹੀ ਜਾਂਦੇ ਨੇ। ਪਰ ਇੱਕ ਪੰਕਤੀ ਸਾਡੇ ਹਿਰਦੇ 'ਚ ਕਿਤੇ ਪ੍ਰਵੇਸ਼ ਕਰ ਜੇ, ਇੱਕੋ ਹੀ ਪੰਕਤੀ ਭਲਾ ਕਰ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਮਰਦਾਨਾ ਜਿਸ ਤਰ੍ਹਾਂ ਬੱਚੇ ਉੱਚੀ ਉੱਚੀ ਪਹਾੜਾ ਪੜ੍ਹਦੇ ਨੇ ਨਾ, ਤੂੰ ਵੀ ਬਹਿ ਕੇ ਇਕਾਂਤ ਵਿੱਚ ਸਤਨਾਮ ਵਾਹਿਗੁਰੂ ਕਰਿਆ ਕਰ। ਤੇਰੇ ਹਿਰਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਵੇਂ ਪਹਾੜਾ ਪੱਕ ਜਾਂਦਾ, ਤੇਰੇ ਹਿਰਦੇ 'ਚ ਨਾਮ ਪੱਕ ਜਾਏਗਾ, ਪਰ ਪੱਕਤਾ ਹੋ ਜਾਏਗੀ। ਫਿਰ ਮਰਦਾਨਾ ਸੁੱਤੇ ਪਿਆ ਵੀ ਵਾਹਿਗੁਰੂ ਹੁੰਦਾ, ਫਿਰ ਬੈਠਦਿਆਂ ਵੀ ਵਾਹਿਗੁਰੂ ਹੁੰਦਾ, ਰੋਟੀ ਖਾਂਦਿਆਂ ਵੀ ਵਾਹਿਗੁਰੂ ਕਹੀਦਾ ਹੈ। ਇਸ ਤਰ੍ਹਾਂ ਉਹ ਅੰਦਰ ਹਿਰਦੇ ਦੇ ਵਿੱਚ ਹੌਲੀ ਹੌਲੀ ਸੰਸਕਾਰਾਂ ਵਾਲੀ ਥਾਂ ਦੇ ਉੱਤੇ ਜਾ ਕੇ ਮਰਦਾਨਾ ਨਾਮ ਦਾ ਵਾਸਾ ਹੋ ਜਾਂਦਾ ਬਈ। ਦੋਹਰਾ ਬੈਸੇ ਪਾਦੇ ਪਾਸ ਤਬ ਸ੍ਰੀ ਨਾਨਕ ਸੁਖ ਕੰਦ। ਸੋ ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਪਾਂਦੇ ਦੇ ਕੋਲ ਜਾ ਕੇ ਬੈਠੇ ਹਨ। ਬਾਰਿਕ ਰਵ ਸਾਹਿਰ ਕਰ ਜਨ ਅਰਬਿੰਦ ਆਨੰਦ। ਬਾਰਿਕ ਚੰਦਰਮਾ ਭਾਵ ਸੂਰਜ ਵਰਗਾ ਬੱਚਾ ਤੇਜ ਪ੍ਰਤਾਪੀ ਦੇਖ ਕੇ, ਕਿਉਂਕਿ ਮਾਸਟਰ ਨੇ ਸਾਰੀ ਜ਼ਿੰਦਗੀ ਬਹੁਤ ਬੱਚੇ ਪੜ੍ਹਾਏ ਹੋਣੇ ਉਹਨੇ, ਪਰ ਅੱਜ ਜਿਹੜਾ ਬੱਚਾ ਆ ਇਹ ਬੱਚੇ ਵੱਲ ਦੇਖੀ ਜਾਂਦਾ ਬੈਠਾ, ਬਸ ਸੁਣ ਕਰ ਦਿੱਤਾ ਦਰਸ਼ਨਾਂ ਨਾਲ ਹੀ। ਮੈਨੂੰ ਪੜ੍ਹਾਏਗਾ ਮਹਾਰਾਜ? ਤੁਹਾਨੂੰ ਮੈਂ ਪੜ੍ਹਾਉਣਾ, ਤੁਸੀਂ ਮੈਨੂੰ ਪੜ੍ਹਾਓਗੇ ਜੀ, ਮੈਂ ਤੁਹਾਨੂੰ ਕੀ ਪੜ੍ਹਾਉਣਾ? ਇਸ ਪ੍ਰਕਾਰ ਕੱਲ ਨੂੰ ਸ਼ਰਵਣ ਕਰਾਂਗੇ ਕਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ, ਪਾਂਦੇ ਨਾਲ ਕੀ ਬਚਨ ਹੁੰਦੇ ਨੇ, ਕਿਵੇਂ ਉਹਦਾ ਭਲਾ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਕਿਵੇਂ ਉਹਨੂੰ ਉਪਦੇਸ਼ ਕਰਦੇ ਨੇ, ਕੱਲ ਨੂੰ ਸ਼ਰਵਣ ਕਰਾਂਗੇ। ਆਓ ਆਪਾਂ ਵੀ ਰੱਟ ਲਈਏ ਹੁਣ ਪਿਆਰ ਨਾਲ, ਨਾਮ ਅਭਿਆਸ ਕਰ ਲਈਏ। ਇਹ ਇੱਛਾ ਕਰੀਏ, ਹੈ ਮਹਾਰਾਜ ਇਹ ਵਾਹਿਗੁਰੂ ਮੰਤਰ ਸਾਡੇ ਹਿਰਦੇ 'ਚ ਚਲਿਆ ਜਾਏ, ਜਿਵੇਂ ਰੋਟੀ ਦੀ ਬੁਰਕੀ ਚਲੀ ਜਾਂਦੀ ਖਾਂਦਿਆਂ ਖਾਂਦਿਆਂ, ਜਿਵੇਂ ਕੋਈ ਚੀਜ਼ ਪਕਾਉਂਦਿਆਂ ਪਕਾਉਂਦਿਆਂ ਪੱਕ ਜਾਂਦੀ ਹੈ। ਨੰਬਰ ਟੈਲੀਫੋਨ ਦਾ ਫਟ ਪੱਕ ਜਾਂਦਾ, ਕਹਿੰਦੇ 510 ਤਾਂ ਲੱਗਦਾ ਹੀ ਆ, ਬਸ ਅੱਗੇ ਮੈਂ ਆਪੇ ਯਾਦ ਕਰ ਲੂੰਗਾ। ਬਸ ਇਹ ਦੇਖੋ ਕਿੰਨੇ ਯਾਦ ਹੈ ਤੁਹਾਨੂੰ, ਟੈਲੀਫੋਨ ਦੇ ਨੰਬਰ, ਗੱਡੀਆਂ ਨੰਬਰ, ਘਰਾਂ ਦੇ ਨੰਬਰ, ਬੱਚਿਆਂ ਦੇ ਨਾਂ, ਰਿਸ਼ਤੇਦਾਰਾਂ ਦੇ ਨੰਬਰ, ਸਭ ਕੁਝ ਯਾਦ ਹੈ। ਜੇ ਨਹੀਂ ਤਾਂ ਇੱਕ ਹਿਰਦੇ 'ਚ ਨਾਮ ਹੀ ਨਹੀਂ ਹੈ। ਬਸ ਉਹ ਨਾਮ ਨੂੰ ਵਸਾਉਣਾ ਤਾਂ ਸਾਰੀਆਂ ਚੀਜ਼ਾਂ ਬਾਹਰ ਕੱਢ ਦਿਓ ਅਤੇ ਸਿਰਫ ਹਿਰਦੇ ਦੇ ਅੰਦਰ ਐਨ ਪਲੇਨ ਕੋਰੇ ਕਾਗਜ਼ ਵਰਗਾ ਥਾਂ ਬਣਾ ਕੇ ਉਹਦੇ ਉੱਤੇ ਲਿਖੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੋ ਸਾਧ ਸੰਗਤ ਜਿਵੇਂ ਰੋਟੀ ਦੀ ਬੁਰਕੀ ਖਾਂਦਿਆਂ ਖਾਂਦਿਆਂ ਚਿੱਥ ਕੇ ਅੰਦਰ ਨੂੰ ਹੀ ਲੰਘਾਉਂਦੇ ਆਪਾਂ, ਬਾਹਰ ਨੂੰ ਨਹੀਂ ਕਦੇ ਕੱਢੀ ਬੁਰਕੀ। ਇਸੇ ਤਰ੍ਹਾਂ ਹੀ ਵਾਹਿਗੁਰੂ ਮੰਤਰ ਜਪਦਿਆਂ ਕੋਸ਼ਿਸ਼ ਕਰੋ ਵਾਹਿਗੁਰੂ ਅੰਦਰ ਨੂੰ ਚਲੇ ਗਏ ਮੇਰੇ। ਜਦੋਂ ਇਹ ਅੰਦਰ ਵਸਦਾ ਨਾਮ ਤਦੋਂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਹਿਰਦੇ 'ਚ ਨਾਮ ਵਸਾਉਣਾ ਮਿਲ ਕੇ ਆਪਾਂ ਨੇ ਗੁਰੂ ਨਾਨਕ ਸਾਹਿਬ ਦਾ ਇਹੀ ਸਿਧਾਂਤ ਹੈ। ਔਰ ਸਤਿਗੁਰੂ ਕਿਰਪਾ ਕਰਨ, ਆਪਣਾ ਸਭ ਦਾ ਭਲਾ ਹੋਵੇ।